ਪਿਆਰੇ ਵਿਦਿਆਰਥੀਓ, ਅੱਜ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਉਸ ਦਾ ਨਾਮ ਹੈ ਫੰਕਸ਼ਨਸ ਆਫ ਸਟੇਟ ਲਿਬਰਲ ਪਰਸਪੈਕਟਿਵ। ਰਾਜ ਦੇ ਕਾਰਜਾਂ ਦਾ ਉਦਾਰਵਾਦੀ ਸਿਧਾਂਤ। ਪਿਛਲੇ ਜਿਹੜੀ ਆਪਾਂ ਗੱਲ ਕੀਤੀ ਸੀ ਰਾਜ ਬਾਰੇ, ਰਾਜ ਦੇ ਉਤਪੱਤੀ ਬਾਰੇ, ਰਾਜ ਕਿਸ ਤਰ੍ਹਾਂ ਬਣਦਾ ਹੈ, ਕਿਹੜੇ ਤੱਤਾਂ ਤੋਂ ਬਣਦਾ ਹੈ। ਠੀਕ ਹੈ ਜੀ। ਰਾਜ ਦਾ ਐਸੋਸੀਏਸ਼ਨ ਦੇ ਨਾਲ ਕਿਆ ਫਰਕ ਹੈ ਉਹ ਤੁਹਾਨੂੰ ਸਮਝ ਆ ਚੁੱਕਿਆ ਹੋਊਗਾ। ਹੁਣ ਇਹ ਜਿਹੜੇ ਤਿੰਨ ਸਿਧਾਂਤ ਹੈ, ਜਿੱਦਾਂ ਰਾਜ ਦਾ ਮਾਰਕਸਵਾਦੀ ਸਿਧਾਂਤ ਹੋ ਗਿਆ, ਰਾਜ ਦਾ ਉਦਾਰਵਾਦੀ ਸਿਧਾਂਤ ਹੋ ਗਿਆ, ਰਾਜ ਦਾ ਸਮਾਜਵਾਦੀ ਸਿਧਾਂਤ ਹੋ ਗਿਆ, ਇਹ ਤਿੰਨੇ ਜਿਹੜੇ ਗੱਲ ਕਰਦੇ ਆ ਵੀ ਰਾਜ ਦੀ ਜਿਹੜੀ ਉਤਪੱਤੀ ਹੈ ਇਹ ਕਿਸ ਤਰ੍ਹਾਂ ਦੇਖਦੇ ਆ ਰਾਜ ਨੂੰ। ਅੱਜ ਅਸੀਂ ਉਸ ਬਾਰੇ ਗੱਲ ਕਰਾਂਗੇ, ਰਾਜ ਦੇ ਕਾਰਜਾਂ ਦਾ ਉਦਾਰਵਾਦੀ ਸਿਧਾਂਤ। ਹੁਣ ਇਹ ਪਹਿਲੀ ਗੱਲ ਹੈ ਵੀ ਰਾਜ ਕਿਵੇਂ ਹੋਂਦ ਵਿੱਚ ਆਇਆ। ਜਦੋਂ ਉਦਾਰਵਾਦੀ ਆਪਾਂ ਗੱਲ ਕਰਦੇ ਹਾਂ, ਹੁਣ ਉਦਾਰਵਾਦ ਕਿਆ ਹੈ? ਲਿਬਰਲ। ਲਿਬਰਲ ਦਾ ਮਤਲਬ ਹੁੰਦਾ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਖੁੱਲੀ ਗੱਲ ਕਰਨੀ, ਸੁਤੰਤਰਤਾ ਦੇਣੀ ਲੋਕਾਂ ਦੀ। ਜਿੱਦਾਂ ਮੈਂ ਤੁਹਾਨੂੰ ਪਿਛਲੇ ਲੈਕਚਰ 'ਚ ਵੀ ਦੱਸਿਆ ਸੀਗਾ ਵੀ ਦੋ ਤਰ੍ਹਾਂ ਦੀਆਂ ਥਿਊਰੀਆਂ ਕੰਮ ਕਰਦੀਆਂ ਨੇ। ਵੀ ਜਿਹੜਾ ਵੈਸਟਰਨ ਕਲਚਰ ਹੈ, ਵੈਸਟਰਨ ਥਿੰਕਰ ਹੈ, ਉਹ ਵਿਅਕਤੀ ਦੀ ਸੁਤੰਤਰਤਾ ਦੀ ਗੱਲ ਕਰਦਾ ਹੈ, ਇੰਡੀਵਿਜੂਅਲ ਦੀ ਸੁਤੰਤਰਤਾ ਦੀ ਗੱਲ ਕਰਦਾ ਹੈ। ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ ਦੇ ਵਿੱਚ ਉੱਥੇ ਸੁਤੰਤਰਤਾ ਹੈ। ਤੇ ਜਿਹੜਾ ਭਾਰਤੀ ਵਿਚਾਰਕ ਹੈ, ਭਾਰਤੀ ਚਿੰਤਕ ਹੈ, ਉਹ ਭਾਰਤੀ ਸੱਭਿਆਚਾਰ ਦੀ, ਭਾਰਤੀ ਸਿਧਾਂਤਾਂ ਦੀ, ਭਾਰਤੀ ਧਰਮ ਦੀ, ਭਾਰਤੀ ਰੀਤੀ ਰਿਵਾਜਾਂ ਦੀ ਜਿਹੜੀ ਆ ਉਹ ਗੱਲ ਕਰਦਾ ਹੈ। ਇਸ ਕਰਕੇ ਜਿਹੜਾ ਉਦਾਰਵਾਦ ਹੈ ਇਹ ਮਤਲਬ ਦੋ ਤਰ੍ਹਾਂ ਦੇ ਦ੍ਰਿਸ਼ਟੀਕੋਣ ਆ, ਬਹੁਤ ਚਰਚਿਤ ਦ੍ਰਿਸ਼ਟੀਕੋਣ ਹੈ। ਇੱਕ ਉਦਾਰਵਾਦੀ ਦ੍ਰਿਸ਼ਟੀਕੋਣ ਤੇ ਇੱਕ ਮਾਰਕਸਵਾਦੀ ਦ੍ਰਿਸ਼ਟੀਕੋਣ। ਇਹਨਾਂ ਦੋਹਾਂ ਦ੍ਰਿਸ਼ਟੀਕੋਣ ਦੇ ਸਮਰਥਕਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ ਨੇ ਵੀ ਕਿਸ ਤਰ੍ਹਾਂ ਰਾਜ ਹੁੰਦਾ ਹੈ ਜਾਂ ਰਾਜ ਦੀ ਉਤਪੱਤੀ ਕਿਸ ਤਰ੍ਹਾਂ ਹੁੰਦੀ ਹੈ। ਇਸ ਕਰਕੇ ਅੱਜ ਜਿਹੜਾ ਆਪਾਂ ਦੇਖ ਰਹੇ ਹਾਂ ਉਹ ਦੇਖਾਂਗੇ ਵੀ ਉਦਾਰਵਾਦ ਕਿਸ ਤਰ੍ਹਾਂ ਜਿਹੜੀ ਹੈ ਉਹ ਸਟੇਟ ਦੇ ਵਿੱਚ ਇੰਪਲੀਮੈਂਟ ਹੁੰਦਾ ਹੈ ਜਾਂ ਕਿਹੜੀ ਚੀਜ਼ਾਂ ਦੀ ਉਹ ਡਿਮਾਂਡ ਕਰਦੇ ਆ ਸਟੇਟ ਦੇ ਲਈ। ਪਹਿਲਾ ਹੈਗਾ ਲਿਬਰਲ ਵਿਊ ਆਫ ਦਾ ਸਟੇਟ। ਉਦਾਰਵਾਦ ਮੱਧਕਾਲ ਦੇ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਨਿਰੰਕੁਸ਼ਵਾਦ ਦੇ ਪ੍ਰਤੀਕਰਮ ਵਜੋਂ ਹੋਂਦ ਵਿੱਚ ਆਈ ਉਹ ਧਾਰਨਾ ਹੈ ਜੋ ਜੀਵਨ ਦੇ ਸਾਰੇ ਹੀ ਖੇਤਰਾਂ ਵਿੱਚ ਉਦਾਰ ਰਵੱਈਆ ਅਪਣਾਉਣ ਦੀ ਅਤੇ ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰਤਾ ਦੇਣ ਦਾ ਸਮਰਥਨ ਕਰਦੀ ਹੈ ਅਤੇ ਤਾਂ ਜੋ ਉਸਦਾ ਸਰਬਪੱਖੀ ਵਿਕਾਸ ਸੰਭਵ ਹੋਵੇ। ਹੁਣ ਧਾਰਮਿਕ ਨਿਰੰਕੁਸ਼ਤਾ। ਵੀ ਪੁਰਾਤਨ ਜਿਹੜਾ ਰਾਜਾ ਸੀਗਾ ਧਾਰਮਿਕ ਤੌਰ ਤੇ, ਜਾਂ ਜਿਹੜੇ ਆਪਾਂ ਗੱਲ ਕਰਦੇ ਹਾਂ ਵੀ ਡਿਕਟੇਟਰਸ਼ਿਪ ਸੀਗੀ, ਚਾਹੇ ਮੁਸੋਲਿਨੀ ਆ, ਉਹ ਚਾਹੇ ਇਟਲੀ 'ਚ ਮੁਸੋਲਿਨੀ ਸੀਗਾ, ਹਿਟਲਰ ਸੀਗਾ ਜਰਮਨ ਦੇ ਵਿੱਚ। ਠੀਕ ਹੈ ਜੀ। ਜਿੱਥੇ ਜਿੱਥੇ ਡਿਕਟੇਟਰਸ਼ਿਪ ਚੱਲੀ, ਠੀਕ ਹੈ ਜੀ, ਜਦੋਂ ਡਿਕਟੇਟਰਸ਼ਿਪ ਆਪਣੇ ਪੀਕ ਤੇ ਚਲੇਗੀ ਤਾਂ ਉਹਦੇ ਸਿੱਟੇ ਦੇ ਵਿਰੋਧ ਵਿੱਚੋਂ ਜਿਹੜਾ ਉਹ ਸਟੇਟ ਹੈ, ਉਦਾਰਵਾਦ ਹੈ, ਉਹ ਹੋਂਦ ਵਿੱਚ ਆਉਂਦਾ ਹੈ। ਫਿਰ ਉਹ ਕਹਿੰਦੇ ਵੀ ਜਿਹੜਾ ਵਿਅਕਤੀ ਹੈ ਉਹ ਮਤਲਬ ਸਟੇਟ ਦੇ ਅਨੁਸਾਰ ਨਾ ਚੱਲੇ, ਸਟੇਟ ਸਿਰਫ ਉਹਨੂੰ ਇੱਕ ਸਿਕਿਉਰਿਟੀ ਦੇਵੇ, ਸੇਫਟੀ ਦੇਵੇ, ਉਹਦੀ ਬਾਰਡਰ ਤੇ ਰੱਖਿਆ ਕਰੇ, ਤੇ ਦੂਜਾ ਕਿਆ ਕਰੇ, ਉਹਨੂੰ ਜਿਹੜੇ ਵਿਅਕਤੀ ਆ ਉਹ ਸੁਤੰਤਰ ਰਹਿਣ ਸਟੇਟ ਦੇ ਵਿੱਚ। ਠੀਕ ਹੈ ਜੀ। ਉਦਾਰਵਾਦ ਰਾਜ ਨੂੰ ਮਨੁੱਖ ਦੁਆਰਾ ਬਣਾਈ ਗਈ ਸੰਸਥਾ ਮੰਨਦੇ ਹਨ। ਉਹਨਾਂ ਦਾ ਮਤ ਹੈ ਕਿ ਰਾਜ ਇੱਕ ਅਜਿਹੀ ਬਣਾਉਟੀ ਸੰਸਥਾ ਹੈ ਜਿਸ ਨੂੰ ਮਨੁੱਖ ਨੇ ਕੁਝ ਖਾਸ ਮੰਤਵਾਂ ਜਿਵੇਂ ਕਿ ਸਮਾਜ ਵਿੱਚ ਕਾਨੂੰਨ ਤੇ ਵਿਵਸਥਾ ਕਾਇਮ ਕਰਨ ਅਤੇ ਵਿਅਕਤੀਗਤ ਅਧਿਕਾਰਾਂ ਦੀ ਸੁਤੰਤਰਤਾ ਦੀ ਸੁਰੱਖਿਆ ਕਰਨ ਲਈ ਸਥਾਪਿਤ ਕੀਤਾ ਹੈ। ਉਦਾਰਵਾਦ ਵਿਅਕਤੀ ਦੇ ਸਾਰੇ ਦਰਸ਼ਨ ਦਾ ਸਿਧਾਂਤ ਹੈ ਅਤੇ ਵਿਅਕਤੀਵਾਦ ਭਾਵ ਵਿਅਕਤੀ ਦੇ ਹਿੱਤਾਂ, ਅਧਿਕਾਰਾਂ ਤੇ ਸੁਤੰਤਰਤਾ ਦੀ ਰੱਖਿਆ ਦਾ ਵਿਚਾਰ ਰੱਖਦਾ ਹੈ। ਇਸ ਕਰਕੇ ਜਦੋਂ ਆਪਾਂ ਉਦਾਰਵਾਦ ਦੀ ਗੱਲ ਕਰਦੇ ਹਾਂ, ਇਹ ਚਾਹੇ ਸੋਸ਼ਲ ਦਾ ਸਿਧਾਂਤ ਹੋਵੇ, ਚਾਹੇ ਸਮਾਜਿਕ ਹੋਵੇ, ਆਰਥਿਕ ਹੋਵੇ, ਉਹਦੇ ਵਿੱਚ ਵਿਅਕਤੀ ਨੂੰ ਜ਼ਿਆਦਾ ਸੁਤੰਤਰਤਾ ਦੇਣ ਦੀ ਜਿਹੜੀ ਆ ਉਹ ਗੱਲ ਕਰਦਾ ਹੈ ਉਦਾਰਵਾਦ। ਇਸ ਕਰਕੇ ਉਦਾਰਵਾਦ ਦੇ ਸਿਧਾਂਤ ਨੂੰ ਆਪਾਂ ਕਈ ਤੌਰ ਤੇ ਨਿਸ਼ਚਿਤ ਕਰ ਸਕਣਾ ਵੀ ਸੰਭਵ ਨਹੀਂ ਹੈ। ਰਾਜ ਦੇ ਕਾਰਜਾਂ ਸੰਬੰਧੀ ਇਸ ਵਿਚਾਰਧਾਰਾ ਦੇ ਸਿਧਾਂਤ ਵਿੱਚ ਵੀ ਸਮੇਂ ਦੇ ਨਾਲ ਨਾਲ ਮਹੱਤਵਪੂਰਨ ਪਰਿਵਰਤਨ ਆਏ ਹਨ। ਆਪਣੇ ਮੁੱਢਲੇ ਸਰੂਪ ਵਿੱਚ ਉਦਾਰਵਾਦ ਇੱਕ ਨਕਾਰਾਤਮਕ ਸਿਧਾਂਤ ਸੀ ਕਿਉਂਕਿ ਰਾਜ ਨੂੰ ਘੱਟ ਤੋਂ ਘੱਟ ਕੰਮ ਦੇਣ ਦਾ ਸਮਰਥਕ ਸੀ, ਪਰ 19ਵੀਂ ਸਦੀ ਦੇ ਪਿਛਲੇ ਅੱਧ ਅਤੇ 20ਵੀਂ ਸਦੀ ਦੇ ਉਦਾਰਵਾਦ ਦਾ ਸਰੂਪ ਸਕਾਰਾਤਮਕ ਹੋ ਗਿਆ ਹੈ। ਇਸ ਅਧੀਨ ਰਾਜ ਨੂੰ ਵੱਧ ਤੋਂ ਵੱਧ ਕਾਰਜ ਸੌਂਪਣ ਦਾ ਸਮਰਥਨ ਕੀਤਾ ਜਾਣ ਲੱਗ ਪਿਆ। ਇਸੇ ਹੀ ਕਾਰਨ ਰਾਜ ਦੇ ਕਲਿਆਣਕਾਰੀ ਵੈਲਫੇਅਰ ਥਿਊਰੀ ਆਫ ਦਾ ਸਟੇਟ ਵਜੋਂ ਵਿਕਸਿਤ ਹੋਇਆ। ਪੁਰਾਤਨ ਜਾਂ ਨਕਾਰਾਤਮਕ ਅਤੇ ਆਧੁਨਿਕ ਜਾਂ ਸਕਾਰਾਤਮਕ ਵਿੱਚ ਅੰਤਰ ਦਾ ਮੁੱਖ ਆਧਾਰ ਇਹ ਧਾਰਨਾ ਹੈ ਕਿ ਵਿਅਕਤੀ ਦੀ ਆਜ਼ਾਦੀ ਉੱਤੇ ਕਿੰਨੇ ਬੰਧਨ ਹੋਣੇ ਚਾਹੀਦੇ ਹਨ। ਨਕਾਰਾਤਮਕ ਸਿਧਾਂਤ ਦੇ ਸਮਰਥਕ ਦੀ ਉਦਾਰਵਾਦੀ ਬੰਧਨਾਂ ਦੀ ਅਣਹੋਂਦ ਨੂੰ ਆਪਣੇ ਸਿਧਾਂਤ ਦਾ ਆਧਾਰ ਬਣਾਉਂਦੇ ਹਨ, ਜਦਕਿ ਸਕਾਰਾਤਮਕ ਉਦਾਰਵਾਦੀ ਯੋਗ ਬੰਧਨਾਂ ਦੀ ਹੋਂਦ ਨੂੰ ਵਿਅਕਤੀਗਤ ਸੁਤੰਤਰਤਾ ਦੇ ਅਧਿਕਾਰ ਦੀ ਸੁਰੱਖਿਆ ਲਈ ਲਾਜ਼ਮੀ ਮੰਨਦੇ ਹਨ। ਇਹਨਾਂ ਦੋਹਾਂ ਧਾਰਨਾਵਾਂ ਦੇ ਸਮਰਥਕਾਂ ਦੇ ਰਾਜ ਦੇ ਕਾਰਜਾਂ ਸੰਬੰਧੀ ਵਿਚਾਰਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਆਪਾਂ ਪ੍ਰਾਪਤ ਕਰਾਂਗੇ। ਪਹਿਲਾ ਹੈ ਲਿਬਰਲ, ਜਿਹੜੀ ਆਪਾਂ ਗੱਲ ਕੀਤੀ। ਉਹਦੇ ਬਾਅਦ ਹੈਗਾ ਅਗਲੇ ਕੋਲ ਨੈਗੇਟਿਵ ਔਰ ਕਲਾਸੀਕਲ ਲਿਬਰਲਿਜ਼ਮ। ਹੁਣ ਜਿਹੜਾ ਕਲਾਸੀਕਲ ਲਿਬਰਲਿਜ਼ਮ ਹੈ ਵਿਦਿਆਰਥੀਓ, ਜਿਵੇਂ ਆਪਾਂ ਕਹਿੰਦੇ ਹਾਂ ਵੀ ਉਦਾਰਵਾਦ ਦਾ ਜਿਹੜਾ ਪਹਿਲਾ ਪੜਾਅ ਉਹ ਨਕਾਰਾਤਮਕ ਹੈ।
ਨਿਖੇਧਾਤਮਕ, ਜਿਹਨੂੰ ਆਪਾਂ ਉਦਾਰਵਾਦ ਮੰਨਦੇ ਹਾਂ, ਉਹ ਮੁੱਖ ਤੌਰ ਤੇ ਵਿਅਕਤੀਵਾਦੀ ਸੀ। ਉਦਾਰਵਾਦ ਦੇ ਇਸ ਦੌਰ ਦੇ ਵਿਚਾਰਕ ਵਿਅਕਤੀਗਤ ਸੁਤੰਤਰਤਾ ਤੇ ਰਾਜ ਦੇ ਕਾਨੂੰਨਾਂ ਨੂੰ ਇੱਕ ਦੂਜੇ ਦਾ ਵਿਰੋਧੀ ਮੰਨਦੇ ਹਨ। ਇਹ ਮੰਨਦੇ ਹਨ ਕਿ ਜਿੰਨੇ ਘੱਟ ਬੰਧਨ ਹੋਣਗੇ, ਵਿਅਕਤੀ ਉਨਾ ਹੀ ਜ਼ਿਆਦਾ ਸੁਤੰਤਰ ਹੋਊਗਾ। ਬਿਨਾਂ ਰੋਕ ਟੋਕ ਤੇ ਵਿਅਕਤੀ ਦੀ ਆਜ਼ਾਦੀ ਹੋਊਗੀ, ਸੁਤੰਤਰਤਾ ਹੋਊਗੀ, ਸਮਾਨਤਾ ਹੋਊਗੀ। ਠੀਕ ਹੈ ਜੀ। ਇਸ ਕਰਕੇ ਜਿਹੜਾ ਇਹ ਸਿਧਾਂਤ ਹੈ, ਇਹ ਬੜਾ ਮਹੱਤਵਪੂਰਨ ਸਿਧਾਂਤ ਹੈ ਨੈਗੇਟਿਵ ਉਦਾਰਵਾਦੀਆਂ ਦੇ ਲਈ, ਜਾਂ ਜਿਹਨੂੰ ਆਪਾਂ ਕਲਾਸੀਕਲ ਲਿਬਰਲਿਜ਼ਮ ਦੀ ਗੱਲ ਕਹਿ ਰਹੇ ਹਾਂ, ਉਹਨਾਂ ਉਦਾਰਵਾਦੀਆਂ ਦੇ ਲਈ। ਤੇ ਅਗਲਾ ਜਿਹੜਾ ਪੁਆਇੰਟ ਹੈ ਆਪਣੇ ਕੋਲ ਨੈਗੇਟਿਵ ਕਲਾਸੀਕਲਿਜ਼ਮ ਦੇ ਵਿੱਚ ਵੀ, ਇਹ ਕਿਸ ਤਰ੍ਹਾਂ ਸਟੇਟ ਨੂੰ ਡਿਫਾਈਨ ਕਰਦੇ ਨੇ। ਪਹਿਲਾ ਇਹਦੇ ਵਿੱਚ ਪੁਆਇੰਟ ਹੈ ਆਪਣੇ ਕੋਲ ਵਿਦਿਆਰਥੀ, ਸਟੇਟ ਇਜ਼ ਅ ਨੈਸੈਸਰੀ ਈਵਲ। ਪੁਰਾਤਨ ਜਾਂ ਨਕਾਰਾਤਮਕ ਉਦਾਰਵਾਦੀ ਰਾਜ ਨੂੰ ਇੱਕ ਬੁਰਾਈ ਮੰਨਦੇ ਹਨ। ਇਹ ਕਿਸ ਤਰ੍ਹਾਂ ਮੰਨਦੇ ਹਨ ਵੀ ਜ਼ਰੂਰੀ ਇਸ ਲਈ ਕਿਉਂਕਿ ਸਮਾਜ ਵਿੱਚ ਅਜਿਹੀ ਹੋਰ ਕੋਈ ਏਜੰਸੀ ਸੰਸਥਾ ਨਹੀਂ ਹੈ ਜੋ ਕਿ ਜੀਵਨ ਤੇ ਸੰਪਤੀ ਸੁਰੱਖਿਆ ਪ੍ਰਦਾਨ ਕਰ ਸਕੇ, ਅਤੇ ਬੁਰਾਈ ਇਸ ਦੇ ਲਈ ਕਿਉਂਕਿ ਰਾਜ ਦੀ ਦਖਲਅੰਦਾਜ਼ੀ ਤੇ ਰਾਜ ਦੇ ਹੁਕਮਾਂ ਦੀ ਪਾਲਣਾ ਵਿਅਕਤੀਗਤ ਸੁਤੰਤਰਤਾ ਦੇ ਰਾਹ ਵਿੱਚ ਰੁਕਾਵਟ ਸਾਬਤ ਹੁੰਦੀ ਹੈ। ਇਸ ਲਈ ਇਸ ਸੁਤੰਤਰਤਾ ਨੂੰ ਸੁਰੱਖਿਅਤ ਕਰਨ ਲਈ ਰਾਜ ਦੇ ਕਾਰਜ ਖੇਤਰ ਨੂੰ ਸੀਮਿਤ ਕਰਨਾ ਲਾਜ਼ਮੀ ਹੈ। ਮਨੁੱਖ ਨੂੰ ਹਰ ਪ੍ਰਕਾਰ ਦੀ ਅਪਹੁਦਰੀ ਤੇ ਅਨੁਕੂਲ ਸੱਤਾ ਤੋਂ ਸੁਰੱਖਿਅਤ ਕਰਨਾ ਪੁਰਾਤਨ ਉਦਾਰਵਾਦੀਆਂ ਦਾ ਮੁੱਖ ਮੰਤਵ ਹੈ। ਇਸ ਕਰਕੇ ਇਸ ਲਈ ਉਹਨਾਂ ਦਾ ਮੁੱਖ ਨਾਰਾ ਸੀ ਕਿ ਉਹ ਸਰਕਾਰ ਸਭ ਤੋਂ ਚੰਗੀ ਹੈ ਜੋ ਘੱਟ ਤੋਂ ਘੱਟ ਸ਼ਾਸਨ ਕਰਦੀ ਹੈ। ਠੀਕ ਹੈ ਜੀ। ਪੁਰਾਤਨ ਉਦਾਰਵਾਦੀਆਂ ਅਨੁਸਾਰ ਰਾਜ ਦਾ ਕਾਰਜ ਖੇਤਰ ਨਿਖੇਧਾਤਮਕ ਸੀ ਅਤੇ ਮੁੱਖ ਕਾਰਜ ਸਨ ਵਿਅਕਤੀ ਦੀ ਅਤੇ ਅਧਿਕਾਰਾਂ ਦੀ। ਉਹਦੇ ਵਿੱਚ ਆਪਾਂ ਫਿਰ ਲੇਸੀ ਸਫੇਅਰ ਦੀ ਗੱਲ ਆ ਗਈ ਵੀ ਜਦੋਂ ਸਟੇਟ ਹੈ ਤਾਂ ਉਹ ਲੇਸੀ ਸਫੇਅਰ ਦੀ ਦੂਰੀ ਦੀ ਗੱਲ ਕਰਦੇ ਨੇ ਵੀ ਵਿਅਕਤੀ ਨੂੰ ਖੁੱਲਾ ਛੱਡ ਦੇਣਾ। ਉਹ ਇੱਕ ਨਕਾਰਾਤਮਕ ਉਦਾਰ ਦਾ ਮੁੱਖ ਸਿਧਾਂਤ ਹੈ। ਇਸ ਦਾ ਭਾਵ ਹੈ ਕਿ ਰਾਜ ਨੂੰ ਵਿਅਕਤੀ ਦੇ ਜੀਵਨ ਵਿੱਚ ਘੱਟ ਤੋਂ ਘੱਟ ਦਖਲ ਦੇਣਾ ਚਾਹੀਦਾ ਅਤੇ ਵੱਧ ਤੋਂ ਵੱਧ ਸੁਤੰਤਰਤਾ ਮੰਨਣੀ ਚਾਹੀਦੀ ਹੈ। ਹੁਣ ਜਿਹੜੇ ਆਪਣਾ ਉਦਾਰਵਾਦੀ ਦੀ ਆਪਾਂ ਗੱਲ ਕਰ ਰਹੇ ਹਾਂ, ਨੈਗੇਟਿਵ ਉਦਾਰਵਾਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਜਿਹੜੀਆਂ ਦਲੀਲਾਂ ਨੇ ਜਾਂ ਉਦਾਰਵਾਦੀ ਦਾ ਸਿਧਾਂਤ ਹੈ ਕਿ ਸਰਕਾਰ ਦੇ ਘੱਟ ਤੋਂ ਘੱਟ ਕਾਰਜਾਂ ਅਤੇ ਦਖਲਅੰਦਾਜ਼ੀ ਦੀ ਮਨਾਹੀ ਦੇ ਸਿਧਾਂਤ ਨੂੰ ਉਦਾਰਵਾਦੀਆਂ ਨੇ ਨੈਤਿਕ, ਆਰਥਿਕ ਅਤੇ ਵਿਗਿਆਨੀ ਦਲੀਲਾਂ ਦੇ ਆਧਾਰ ਤੇ ਉੱਚ ਉਠਾਉਣ ਦਾ ਯਤਨ ਕੀਤਾ ਹੈ। ਮਤਲਬ ਕਿਹੜੀਆਂ ਦਲੀਲਾਂ ਨੇ ਜਿਹਦੇ ਅਨੁਸਾਰ ਜਿਹੜੇ ਨੈਗੇਟਿਵ ਕਲਾਸੀਕਲ ਸਾਡੇ ਲਿਬਰਲਿਸਟ ਹੈ, ਉਹ ਕਹਿੰਦੇ ਨੇ ਵੀ ਸਟੇਟ ਦੀ ਜਿਹੜੀ ਮਤਲਬ ਸਿਧਾਂਤ ਆ ਉਹ ਘੱਟ ਹੋਊਗਾ। ਕਿਸ ਆਧਾਰ ਤੇ? ਪਹਿਲਾ ਹੈਗਾ ਮੋਰਲ। ਬੱਚੇ ਸਾਡੇ ਕੋਲ ਵਿਦਿਆਰਥੀ ਨੈਤਿਕ ਤੌਰ ਤੇ ਇਹ ਉਦਾਰਵਾਦੀ ਵਿਅਕਤੀਗਤ ਸੁਤੰਤਰਤਾ ਸਭ ਤੋਂ ਉੱਚੀ ਵਸਤੂ ਮੰਨਦੇ ਹਨ। ਉਹਨਾਂ ਦਾ ਵਿਚਾਰ ਸੀ ਕਿ ਮਨੁੱਖ ਦਾ ਵਿਅਕਤੀਤਵ ਤੇ ਚਰਿੱਤਰ ਤਾਂ ਹੀ ਪੂਰੀ ਤਰ੍ਹਾਂ ਵਿਕਸਿਤ ਹੋ ਸਕਦਾ ਹੈ ਜੇਕਰ ਉਸ ਨੂੰ ਆਤਮ ਨਿਰਭਰ ਹੋਣ ਦੀ, ਕੁਝ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਜਾਵੇ। ਉਹਨਾਂ ਦਾ ਮਤ ਸੀ ਕਿ ਸੁਤੰਤਰਤਾ ਅਧੀਨ ਅਜਿਹਾ ਮਾਹੌਲ ਸੰਭਵ ਹੈ ਜਿਸ ਵਿੱਚ ਵਿਅਕਤੀ ਦੇ ਪਹਿਲੇ ਉੱਦਮ, ਮੌਲਿਕਤਾ ਅਤੇ ਰਚਨਾਤਮਕ ਜਿਹੇ ਗੁਣ ਵਿਕਾਸ ਹੋ ਸਕਦੇ ਹਨ। ਹੁਣ ਮੋਰਲ ਆਪਣੀ ਨੈਤਿਕਤਾ, ਤੁਸੀਂ ਦੋ ਚੀਜ਼ਾਂ ਦੇਖੀਆਂ ਹੋਣੀਆਂ ਵਿਦਿਆਰਥੀਓ। ਪਹਿਲੀ ਤਾਂ ਇਹ ਹੈ ਵੀ ਜਦੋਂ ਆਪਾਂ ਫੰਡਾਮੈਂਟਲ ਰਾਈਟਸ ਤੇ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕਰਦੇ ਹਾਂ, ਤਾਂ ਮੋਰਲ ਡਿਊਟੀਜ਼ ਹੈ ਨਾ ਸਾਡੀਆਂ। ਫੰਡਾਮੈਂਟਲ ਰਾਈਟਸ ਦੀ ਇਹ ਗੱਲ ਹੈ ਵੀ ਜਦੋਂ ਫੰਡਾਮੈਂਟਲ ਰਾਈਟਸ ਹੈ ਜੀ ਉਹਨਾਂ ਨੂੰ ਕੋਈ ਸਾਨੂੰ ਮਿਲ ਨਹੀਂ ਰਿਹਾ ਉਹਨਾਂ ਦਾ ਸਿਧਾਂਤ, ਜਾਂ ਉਹਨਾਂ ਪ੍ਰਤੀ ਸਾਨੂੰ ਕੋਈ ਖੋ ਰਿਹਾ ਸਾਡੇ ਉਹ ਸਿਧਾਂਤ ਜਿਹੜੇ ਅਧਿਕਾਰ ਹੈ, ਤਾਂ ਉਹਨਾਂ ਨੂੰ ਅਸੀਂ ਅਦਾਲਤਾਂ ਦੁਆਰਾ ਪ੍ਰਾਪਤ ਕਰ ਸਕਦੇ ਹਾਂ। ਇੱਕ ਦੂਜੇ ਪਾਸੇ ਫੰਡਾਮੈਂਟਲ ਡਿਊਟੀ, ਜਿਹਨੂੰ ਆਪਾਂ ਮੌਲਿਕ ਅਧਿਕਾਰ ਤੇ ਮੌਲਿਕ ਕਰਤੱਵ ਕਹਿੰਦੇ ਹਾਂ। ਹੁਣ ਮੌਲਿਕ ਕਰਤੱਵ ਕਹੇ ਵੀ ਮੌਲਿਕ ਕਰਤੱਵ ਤੁਹਾਨੂੰ ਕਿਸੇ ਵਿਅਕਤੀ ਨੇ ਫੋਰਸ ਨਹੀਂ ਕਰਨਾ, ਉਹ ਤੁਹਾਡੀ ਨੈਤਿਕਤਾ ਹੈ। ਜਿਹੜੀ ਨੈਤਿਕਤਾ ਹੈ ਉਹ ਤੁਸੀਂ ਆਪਣੇ ਮਾਤਾ ਪਿਤਾ ਤੋਂ ਸਿੱਖਣੀ ਹੈ, ਆਪਣੇ ਦਾਦਾ ਦਾਦੀ ਤੋਂ ਸਿੱਖਣੀ ਹੈ, ਆਪਣੇ ਸਕੂਲ ਤੋਂ ਸਿੱਖਣੀ ਹੈ, ਆਪਣੇ ਕਾਲਜ ਤੋਂ ਸਿੱਖਣੀ ਹੈ, ਤੇ ਆਪਣੇ ਜਿਹੜਾ ਹੈਗਾ ਯੂਨੀਵਰਸਿਟੀਆਂ ਤੋਂ ਸਿੱਖਣੀ ਹੈ। ਹੁਣ ਮੋਰਲ ਨੈਤਿਕਤਾ ਕਹਿ ਵੀ ਇਹ ਕਹਿੰਦੇ ਵੀ ਜਿਹੜੀ ਨੈਤਿਕ ਵਿਅਕਤੀ ਉਹ ਤਾਂ ਹੀ ਨੈਤਿਕ ਜ਼ਿਆਦਾ ਹੋਊਗਾ, ਇਹਨਾਂ ਦਾ ਇਹ ਮੰਨਣਾ ਹੈ ਉਦਾਰਵਾਦੀਆਂ ਦਾ, ਕਲਾਸੀਕਲ ਵਾਲਿਆਂ ਦਾ, ਵੀ ਜੇ ਉਹ ਓਪਨ ਹੋਊਗਾ, ਆਰਥਿਕ ਤੌਰ ਤੇ ਸੋਚਣ ਤੇ ਕੰਮ ਕਰਨ ਦੇ ਨਜ਼ਰੀਏ ਦੇ ਵਿੱਚ ਓਪਨ ਹੋਊਗਾ। ਇਸ ਕਰਕੇ ਤਾਂ ਹੀ ਜਿਹੜਾ ਉਹ ਵਿਅਕਤੀ ਹੈ ਤਾਂ ਚੰਗੀ ਤਰ੍ਹਾਂ ਆਪਣਾ ਕੰਮ ਕਰ ਸਕੂਗਾ। ਠੀਕ ਹੈ ਜੀ। ਅਗਲਾ ਜਿਹੜਾ ਹੈਗਾ ਇਕਨੋਮਿਕ ਪੱਖ ਮੰਨਦੇ ਹੁਣ, ਇਕਨੋਮਿਕ ਆਰਥਿਕ ਪੱਖੋਂ ਜਿਹੜੇ ਪਰੰਪਰਾਗਤੀ ਉਦਾਰਵਾਦੀ ਹੈ, ਪਰੰਪਰਾਵਾਦੀ ਜਿਹੜੇ ਉਦਾਰਵਾਦੀ ਹੈ, ਉਹ ਕਹਿੰਦੇ ਹੈ ਵੀ ਇਹ ਇਸ ਲਈ ਜ਼ਰੂਰੀ ਹੈ ਵੀ ਉਹਨਾਂ ਦਾ ਵਿਚਾਰ ਸੀ ਕਿ ਕੁਝ ਅਜਿਹੇ ਆਧਾਰਭੂਤ ਹਨ ਕਿ ਆਰਥਿਕ ਨਿਯੰਤਰਣ ਕਰਦੇ ਹਨ ਜਿਨ੍ਹਾਂ ਨੂੰ ਕੋਈ ਵੀ ਕਾਨੂੰਨ ਪ੍ਰਭਾਵਿਤ ਨਾ ਕਰ ਸਕਦਾ ਹੋਵੇ। ਇਸੇ ਤਰ੍ਹਾਂ ਸਮਾਜਿਕ ਵਿਵਸਥਾ ਅਧੀਨ ਅਜਿਹੀਆਂ ਦੁੱਖ ਤਕਲੀਫਾਂ ਨਿਹਿਤ ਹਨ ਜਿਨ੍ਹਾਂ ਨੂੰ ਰਾਜ ਦੇ ਕਾਨੂੰਨ ਦੂਰ ਨਹੀਂ ਕਰ ਸਕਦੇ। ਇਸ ਲਈ ਗਰੀਬਾਂ ਨੂੰ ਸਹਾਇਤਾ ਜਾਂ ਰਾਹਤ ਦੇਣ ਦੇ ਯਤਨ ਕਰਨ ਅਤੇ ਜਾਂ ਕਾਮਿਆਂ ਦੀਆਂ ਤਨਖਾਹਾਂ ਵਧਾਉਣਾ ਫਜ਼ੂਲ ਹੈ। ਸੁਤੰਤਰ ਤੇ ਨਿਰੋਗ ਆਰਥਿਕਤਾ ਰਾਹੀਂ ਵਿਅਕਤੀ ਦੇ ਸਮਾਜ ਦਾ ਸਹੀ ਪੂਰਨ ਵਿਕਾਸ ਸੰਭਵ ਹੈ। ਮਤਲਬ ਇਹ ਜਿਹੜੇ ਕਹਿੰਦੇ ਆ ਵੀ ਵੈਲਫੇਅਰ ਸਟੇਟ ਦੀ ਆਪਾਂ ਜੋ ਗੱਲ ਕਰਦੇ ਹਾਂ ਵੀ ਵਿਅਕਤੀ ਨੂੰ ਜਿਹੜਾ ਹਰ ਇੱਕ ਵਿਅਕਤੀ ਹੈ ਉਹਦੇ ਰਾਜ ਵਿੱਚ ਸੁਖੀ ਰਹੇ। ਜਿੱਦਾਂ ਰਾਜਾ ਹੈ, ਇਹਦਾ ਰਾਜੇ ਦੀ ਇਹ ਮਨਸ਼ਾ ਹੁੰਦੀ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਮੇਰੇ ਰਾਜ ਦੇ ਵਿੱਚ ਹਰ ਇੱਕ ਵਿਅਕਤੀ ਸੁਖੀ ਰਹੇ। ਠੀਕ ਹੈ ਜੀ। ਜਦੋਂ ਉਹਦੀ ਕੋਸ਼ਿਸ਼ ਹੈ ਵੀ ਉਸੇ ਤਰ੍ਹਾਂ ਇਹ ਜਿਹੜਾ ਆਧਾਰਵਾਦ ਹੈ ਇਹ ਡਿਮਾਂਡ ਕਰਦਾ ਹੈ ਵੀ ਵਿਅਕਤੀ ਜਿਹੜੇ ਮਤਲਬ
ਪਾੜੇ ਹੈ, ਕਾਮੇ ਜਾਂ ਤਨਖਾਹਾਂ ਹੈ, ਉਹਨਾਂ ਦੀ ਤਨਖਾਹਾਂ ਦਾ ਵਿਰੋਧ ਕਰਦੇ ਨੇ ਇਹ, ਠੀਕ ਹੈ ਜੀ। ਤੇ ਸੋਸ਼ਲ ਜਿਹੜੀ ਇਕੁਐਲਿਟੀ ਹੈ ਉਹਦੀ ਜ਼ਿਆਦਾ ਗੱਲ ਕਰਦੇ ਨੇ। ਅਗਲਾ ਹੈਗਾ ਸਾਇੰਟੀਫਿਕ, ਵਿਗਿਆਨਿਕ, ਜਿਹੜੀ ਵਿਗਿਆਨਿਕ ਹੋਂਦ ਕਾਇਮ ਰੱਖਣ ਲਈ ਸੰਘਰਸ਼ ਅਤੇ ਯੋਗਤਮ ਹੀ ਜੀਵਤ ਰਹਿਣ, ਸਰਵਾਈਵਲ ਆਫ ਦਾ ਫਿਟੈਸਟ। ਜਿਹੇ ਜੀਵ ਵਿਗਿਆਨੀ ਸਿਧਾਂਤਾਂ ਨੂੰ ਕੁਝ ਪੁਰਾਤਨ ਉਦਾਰਵਾਦੀਆਂ ਦੁਆਰਾ ਰਾਜ ਦੀ ਦਖਲ-ਅੰਦਾਜ਼ੀ ਦਾ ਵਿਰੋਧ ਤੇ ਨਿਖੇਧੀ ਕਰਨ ਲਈ ਵਰਤਿਆ ਗਿਆ ਹੈ। ਇਸ ਧਾਰਨਾ ਦੇ ਸਮਰਥਕਾਂ ਦਾ ਇਹ ਮਤ ਹੈ ਕਿ ਸੰਸਾਰ ਵਿੱਚ ਵੱਖ-ਵੱਖ ਪ੍ਰਾਣੀ ਆਪਣੀਆਂ ਲੋੜਾਂ ਦੀ ਪੂਰਤੀ ਲਈ ਸਫਲ ਹੁੰਦਾ ਹੈ। ਪ੍ਰਕਿਰਤੀ ਦਾ ਇਹ ਕਾਨੂੰਨ ਮਨੁੱਖੀ ਸਮਾਜ ਤੇ ਵੀ ਲਾਗੂ ਹੁੰਦਾ ਹੈ। ਇੱਥੇ ਵੀ ਕੇਵਲ ਯੋਗਤਮ ਵਿਅਕਤੀ ਨੂੰ ਜੀਵਤ ਰਹਿਣ ਦਾ ਅਧਿਕਾਰ ਹੈ। ਚੰਗੇ ਸਮਾਜ ਦੀ ਸਥਾਪਨਾ ਲਈ ਜ਼ਰੂਰੀ ਹੈ ਕੇਵਲ ਯੋਗਤਮ ਵਿਅਕਤੀ ਹੀ ਜੀਵਤ ਰਹਿਣ। ਦੁਰਬਲ, ਕਮਜ਼ੋਰ ਤੇ ਨਿਕੰਮੇ ਲੋਕਾਂ ਜੇਕਰ ਖਾਤਮਾ ਹੋ ਜਾਵੇ ਤਾਂ ਸਮਾਜ ਦੇ ਵਿੱਚ ਹੀ ਹਿੱਤ ਵਿੱਚ ਹੋਵੇਗਾ, ਠੀਕ ਹੈ ਜੀ। ਮਤਲਬ ਇਹ ਇੱਕ ਬੜੀ ਸਟੇਟਮੈਂਟ ਵੀ ਹੈ ਇਹਨਾਂ ਦੀ, ਜਿਹੜੇ ਗਰੀਬ ਹੈ, ਕਮਜ਼ੋਰ ਹੈ, ਹਨਾ, ਜਿੱਦਾਂ ਆਪਾਂ ਕੁਦਰਤੀ ਨਿਯਮਾਂ ਦੀ ਗੱਲ ਕਰਦੇ ਹਾਂ ਜਾਂ ਵਿਅਕਤੀ ਦੀ ਹੋਂਦ ਦੀ ਗੱਲ ਕਰਦੇ ਹਾਂ, ਜਾਂ ਜਿਹੜਾ ਆਪਣਾ ਸਾਡਾ ਨੇਚਰ ਹੈ, ਸਾਡੀ ਧਰਤੀ ਹੈ, ਉਹ ਸਾਡਾ ਜਿਹੜੀ ਆਲੇ ਦੁਆਲੇ ਆਪਾਂ ਜਿਹੜੀ ਚੀਜ਼ਾਂ ਦਾ ਮੰਨਦੇ ਹਾਂ, ਇਹ ਮੰਨਦੇ ਆ ਵੀ ਜਿਹੜੇ ਗਰੀਬ ਵਿਅਕਤੀ ਹੈ ਜਾਂ ਦੁੱਖ ਤਕਲੀਫਾਂ ਉਹ ਇੱਥੇ ਨਾ ਰਹਿਣ, ਠੀਕ ਹੈ। ਉਹ ਬਿਲਕੁਲ ਇਹਨਾਂ ਦੀ ਗੱਲ ਨਹੀਂ ਮੰਨਣਯੋਗ ਹੈ। ਇਹਨਾਂ ਦਾ ਮੰਨਣਾ ਹੈ ਵਿਗਿਆਨਿਕ ਤੌਰ ਤੇ, ਇਹ ਕਹਿੰਦੇ ਆ ਵੀ ਜੇ ਉਹ ਖਤਮ ਹੋ ਜਾਣਗੇ ਤਾਂ ਜਿਹੜਾ ਧਰਤੀ ਤੋਂ ਭਾਰ ਜਿਹੜਾ ਉਹ ਘਟ ਜਾਊਗਾ, ਠੀਕ ਹੈ ਜੀ। ਅਗਲਾ ਕੁਛ ਆਪਣੇ ਕੋਲ ਸਮਰਥਕ ਨੇ ਇਹਨਾਂ ਦੇ, ਜਿਹੜੇ ਕਿ ਪੁਰਾਤਨ ਉਦਾਰਵਾਦ ਨੂੰ ਉਹਦੇ ਅੱਗੇ ਸਮਰਥਕ ਹੈ, ਉਹਦੇ ਕੰਮਾਂ ਦੀ ਗੱਲ ਕਰਦੇ ਆ, ਠੀਕ ਹੈ ਜੀ। ਉਹਦੇ ਵਿੱਚ ਪਹਿਲਾਂ ਆਪਣੇ ਕੋਲ ਐਡਮ ਸਮਿਥ ਆ ਗਿਆ, ਰਿਕਾਰਡੋ ਆ ਗਿਆ, ਬੈਂਥਮ ਐਂਡ ਹਰਬਰਟ ਸਪੈਂਸਰ, ਠੀਕ ਹੈ ਜੀ। ਐਡਮ ਸਮਿਥ ਨੇ ਆਪਣੀ ਪ੍ਰਸਿੱਧ ਰਚਨਾ ਦੀ ਵੈਲਥ ਆਫ ਨੇਸ਼ਨਸ ਵਿੱਚ ਸਮਾਜ ਦੇ ਆਰਥਿਕ ਕੰਮਾਂ ਵਿੱਚ ਰਾਜ ਦੀ ਦਖਲ-ਅੰਦਾਜ਼ੀ ਦੀ ਸਖਤ ਵਿਰੋਧਤਾ ਕੀਤੀ ਸੀ। ਉਸ ਅਨੁਸਾਰ ਰਾਜ ਨਾ ਤਾਂ ਆਰਥਿਕ ਕਾਰਜਾਂ ਨੂੰ ਨਿਯੰਤਰਿਤ ਕਰ ਸਕਦਾ ਹੈ ਤੇ ਜੇ ਉਹ ਕਰਦਾ ਹੈ, ਅਜਿਹਾ ਕਰਨ ਵਿੱਚ ਉਸਨੂੰ ਮਤਲਬ ਆਰਥਿਕ ਖੇਤਰ ਦੇ ਵਿੱਚ ਜ਼ਿਆਦਾ ਜਿਹੜੀ ਇੰਪੋਰਟੈਂਸ ਆ ਉਹ ਦੇਣੀ ਪਊਗੀ। ਇੱਥੇ ਵੀ ਉਹ ਗੱਲ ਲੇਸੀ-ਫੇਅਰ, ਖੁੱਲੇ ਮੁਕਾਬਲੇ ਨੀਤੀ ਦੀ ਗੱਲ ਕਰਦੇ ਨੇ। ਰਿਕਾਰਡੋ ਅਤੇ ਮਾਲਥਸ ਨੇ ਵੀ ਐਡਮ ਸਮਿਥ ਦੇ ਵਿਚਾਰਾਂ ਦਾ ਸਮਰਥਨ ਕੀਤਾ ਹੈ। ਜਰਮੀ ਬੈਂਥਨ ਆ ਗਿਆ ਅੱਗੇ। ਜਰਮੀ ਬੈਂਥਨ ਨੂੰ ਉਪਯੋਗਤਾਵਾਦ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਵਿਦਿਆਰਥੀਓ। ਇਸ ਅਨੁਸਾਰ ਹਰ ਵਿਅਕਤੀ ਵੱਧ ਤੋਂ ਵੱਧ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ। ਬੈਂਥਮ ਅਨੁਸਾਰ ਹਰ ਕੰਮ ਦੀ ਉਪਯੋਗਤਾ ਇਸ ਆਧਾਰ ਉੱਤੇ ਦੇਖੀ ਜਾ ਸਕਦੀ ਹੈ ਕਿ ਉਹ ਵਿਅਕਤੀ ਨੂੰ ਕਿੰਨਾ ਕੁ ਆਨੰਦ ਦਿੰਦਾ ਹੈ। ਹੁਣ ਇਹ ਬੈਂਥਮ ਹੈ ਜਿਹੜਾ ਆਪਣਾ ਵਿਚਾਰਕ, ਇਹ ਮੰਨਦਾ ਹੈ ਵੀ ਜਿਹੜਾ ਵਿਅਕਤੀ ਹੈ ਉਹਦੇ ਜਿਹੜੇ ਕੰਮ ਹੈ ਉਹ ਆਨੰਦ ਦੇ ਆਧਾਰ ਤੇ, ਮਤਲਬ ਖੁਸ਼ੀ ਤੇ ਗਮੀ ਦੀ ਗੱਲ ਕਰਦਾ ਹੈ। ਹੁਣ ਜਿੱਦਾਂ ਆਪਾਂ ਸਾਡਾ ਗੁਆਂਢੀ ਦੇਸ਼ ਹੈ ਵਿਦਿਆਰਥੀਓ ਭੂਟਾਨ, ਤਾਂ ਭੂਟਾਨ ਵਿੱਚ ਕਿਆ ਹੈ, ਹੈਪੀਨੈਸ ਇੰਡੈਕਸ ਹੈ। ਸਾਡੇ ਜਿੱਦਾਂ ਭਾਰਤ ਦੇ ਵਿੱਚ ਬਾਕੀ ਦੇਸ਼ਾਂ GDP ਹੁੰਦੀ ਹੈ, ਤਾਂ ਉੱਥੇ ਹੈਪੀਨੈਸ ਇੰਡੈਕਸ ਹੈ। ਉੱਥੇ ਇਹ ਦੇਖਿਆ ਜਾਂਦਾ ਹੈ ਵੀ ਇੱਥੋਂ ਦੇ ਲੋਕ ਕਿੰਨੇ ਖੁਸ਼ ਹੈ ਰਾਜੇ ਦੇ ਕੰਮਾਂ ਤੋਂ, ਜਾਂ ਆਪ ਕਿੰਨੇ ਖੁਸ਼ ਹੈ ਜਦ ਆਪ ਕੰਮ ਕਰਦੇ ਨੇ, ਜਾਂ ਰਾਜਾ ਜਿਹੜੀ ਉਹ ਕੰਮਾਂ ਨੂੰ ਲਾਗੂ ਕਰਦਾ ਹੈ, ਇੱਥੇ ਆਰਥਿਕ ਸਮਾਜਿਕ ਸੁਧਾਰ ਕਰਦਾ ਹੈ, ਉਹ ਲੋਕ ਖੁਸ਼ ਹੈ ਜਾਂ ਨਹੀਂ ਖੁਸ਼ ਨੇ, ਠੀਕ ਹੈ ਜੀ। ਇਸ ਕਰਕੇ ਜਿਹੜਾ ਭੂਟਾਨ ਦੇਸ਼ ਹੈ ਉੱਥੇ ਹੈਪੀਨੈਸ ਇੰਡੈਕਸ ਦੇਖਿਆ ਜਾਂਦਾ ਹੈ। ਇਸੇ ਕਰਕੇ ਜਿਹੜਾ ਬੈਂਥਮ ਹੈ ਇਹ ਸੁੱਖਾਂ ਤੇ ਦੁੱਖਾਂ ਦੀ ਜਿਹੜੀ ਹੈ ਗੱਲ ਕਰਦਾ ਹੈ ਕੰਮਾਂ ਦੇ ਆਧਾਰ ਤੇ, ਠੀਕ ਹੈ ਜੀ। ਪੁਰਾਤਨ ਉਦਾਰਵਾਦ ਵਿੱਚ ਕੋਈ ਹਰਬਰਟ ਸਪੈਂਸਰ ਹੈ ਦੇ ਵਿਚਾਰ ਵੀ ਮਹੱਤਵਪੂਰਨ ਹੈ। ਉਹ 19ਵੀਂ ਸਦੀ ਵਿੱਚ ਪ੍ਰਿੰਸੀਪਲ ਆਫ ਸੋਸ਼ੀਓਲੋਜੀ ਨਾਂ ਦੀ ਪੁਸਤਕ ਲਿਖੀ ਉਸਨੇ ਇੱਕ, ਅਤੇ ਜੀਵ ਵਿਗਿਆਨ ਵਿੱਚ ਡਾਰਵਿਨ ਦੇ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਜਿਉਣ ਲਈ ਸੰਘਰਸ਼ ਅਤੇ ਯੋਗਤਮ ਨੂੰ ਜੀਵਨ ਦਾ ਅਧਿਕਾਰ ਸਿਧਾਂਤ ਦੀ ਪ੍ਰੋੜਤਾ ਕੀਤੀ ਹੈ। ਉਹ ਵੀ ਸਮਾਜ ਦੇ ਮੈਂਬਰਾਂ ਵਿੱਚ ਖੁੱਲੇ ਮੁਕਾਬਲੇ ਅਤੇ ਰਾਜ ਵੱਲੋਂ ਗੈਰ ਦਖਲਅੰਦਾਜ਼ੀ ਦੀ ਸਿਫਾਰਸ਼ ਕਰਦਾ ਹੈ। ਰਾਜ ਨੂੰ ਕੇਵਲ 3 ਜ਼ਰੂਰੀ ਕਾਰਜ ਭਾਵ ਬਾਹਰਲੇ ਦੁਸ਼ਮਣਾਂ ਤੋਂ ਰੱਖਿਆ, ਅੰਦਰੂਨੀ ਸੁਰੱਖਿਆ ਅਤੇ ਕਾਨੂੰਨ ਅਨੁਸਾਰੀ ਕਰਾਰਨਾਮੇ ਲਾਗੂ ਕਰਨੇ ਚਾਹੀਦੇ ਹਨ। ਮਤਲਬ ਇਹ 3 ਚੀਜ਼ਾਂ ਆ ਗਈਆਂ ਜਿਹੜੀਆਂ ਮੈਂ ਬਾਰ-ਬਾਰ ਗੱਲ ਕਰ ਰਿਹਾ ਸੀ। ਲੇਸੀ-ਫੇਅਰ ਕਿਆ ਹੈ, ਹੁਣ ਇੱਥੇ ਹਰਬਰਟ ਸਪੈਂਸਰ ਨੇ ਬੜਾ ਕਲੀਅਰ ਕੀਤਾ ਆਪਾਂ ਨੂੰ ਵੀ ਇੱਕ ਤਾਂ ਉਹ ਜਿਹੜਾ ਕਿ 3 ਕੰਮ ਕਰੂਗਾ ਰਾਜ ਸਾਡਾ, ਇੱਕ ਬਾਹਰਲੇ ਦੁਸ਼ਮਣਾਂ ਤੋਂ ਰੱਖਿਆ, ਅੰਦਰੂਨੀ ਸੁਰੱਖਿਆ ਅਤੇ ਕਾਨੂੰਨ ਅਨੁਸਾਰ ਇਕਰਾਰਨਾਮੇ, ਕੰਟਰੈਕਟਸ। ਬਾਕੀ ਜਿਹੜੇ ਅੰਦਰ ਦੇ ਕੰਮ ਹੈ ਸਾਰੇ ਉਹ ਲੋਕ ਆਪਸ ਦੇ ਵਿੱਚ ਮਿਲ ਕੇ ਹੀ ਕਰਨਗੇ, ਠੀਕ ਹੈ ਜੀ। ਅਗਲਾ ਜਿਹੜਾ ਆਪਣੇ ਕੋਲ ਟੌਪਿਕ ਆਉਂਦਾ ਹੈ, ਪਹਿਲਾਂ ਤਾਂ ਆਪਾਂ ਨੈਗੇਟਿਵ ਉਦਾਰਵਾਦ ਬਾਰੇ ਸਮਝ ਲਿਆ ਵਿਦਿਆਰਥੀਓ। ਹੁਣ ਆਪਾਂ ਸਮਝਾਂਗੇ ਪੋਜ਼ਿਟਿਵ ਔਰ ਮਾਡਰਨ ਲਿਬਰਲਿਜ਼ਮ, ਸਕਾਰਾਤਮਕ ਜਾਂ ਆਧੁਨਿਕ ਉਦਾਰਵਾਦ ਕੀ ਹੈ। ਰਾਜ ਦੀ ਗੈਰ ਦਖਲਅੰਦਾਜ਼ੀ ਤੇ ਜੋ ਚਾਹੇ ਸੋ ਕਰੇ, ਲੇਸੀ-ਫੇਅਰ ਦਾ ਇਹ ਸਿਧਾਂਤ 19ਵੀਂ ਸਦੀ ਤੱਕ ਬਹੁਤ ਹੀ ਲੋਕਪ੍ਰਿय ਸਿਧਾਂਤ ਰਿਹਾ। ਬਹੁਤ ਸਾਰੇ ਦੇਸ਼ਾਂ ਵਿੱਚ ਖੁੱਲੀ ਅਰਥਤਾ ਤੇ ਰਾਜ ਦੀ ਗੈਰ ਦਖਲਅੰਦਾਜ਼ੀ ਨੀਤੀ ਕਾਰਨ ਸਾਰੇ ਖੇਤਰਾਂ ਵਿੱਚ ਹੀ ਤੇ ਖਾਸ ਤੌਰ ਤੇ ਆਰਥਿਕ ਖੇਤਰ ਵਿੱਚ ਉੱਨਤੀ ਹੋਈ। ਇਸ ਸਿਧਾਂਤ ਦਾ ਬੋਲਬਾਲਾ ਹੋ ਗਿਆ, ਪਰ ਜਲਦੀ ਹੀ ਇਸਦੇ ਭਿਆਨਕ ਸਿੱਟੇ ਵੀ ਸਾਹਮਣੇ ਆਉਣ ਲੱਗ ਪਏ। ਉਤਪਾਦਨ ਦੇ ਸਾਧਨ ਤੇ ਪੂੰਜੀ ਕੁਝ ਖਾਤਾਂ 'ਚ ਕੇਂਦਰਿਤ ਹੋ ਗਈ। ਨਤੀਜੇ ਵਜੋਂ ਅਮੀਰ ਹੁੰਦਾ ਗਿਆ ਤੇ ਗਰੀਬ ਹੋਰ ਗਰੀਬ। ਅਮੀਰਾਂ ਅਤੇ ਗਰੀਬਾਂ ਵਿੱਚ ਪਾੜਾ ਵਧਣ ਲੱਗਾ। ਆਮ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ,
ਕਿਉਂਕਿ ਪੂੰਜੀਪਤੀਆਂ ਨੇ ਆਪਣੇ ਲਾਭਾਂ ਲਈ ਉਹਨਾਂ ਦਾ ਖੂਬ ਸ਼ੋਸ਼ਣ ਕੀਤਾ। ਕਾਰਖਾਨਿਆਂ ਤੇ ਕੰਮਾਂ ਦਾ ਅਮਾਨਵੀ ਮਾਹੌਲ, ਘੱਟ ਤਨਖਾਹਾਂ, ਸ਼ੋਸ਼ਣ, ਬੇਰੁਜ਼ਗਾਰੀ, ਗਰੀਬੀ ਅਤੇ ਅਨਪੜ੍ਹਤਾ ਆਦਿ ਨਕਾਰਾਤਮਕ ਉਦਾਰਵਾਦ ਦੇ ਕੁਝ ਅਜਿਹੇ ਦੁਖਦਾਈ ਸਿੱਟੇ ਸਨ ਜਿਨ੍ਹਾਂ ਨੇ ਉਦਾਰਵਾਦ ਦੀ ਧਾਰਨਾ ਨੂੰ ਗਲਤ ਸਾਬਿਤ ਕਰ ਦਿੱਤਾ। ਠੀਕ ਹੈ ਜੀ, ਜਿਹੜੀ ਪਹਿਲਾਂ ਵੀ ਮੈਂ ਗੱਲ ਤੁਹਾਨੂੰ ਦੱਸੀ ਸੀਗੀ ਵੀ ਲੇਸਿਸ ਫੇਅਰ ਹੈ ਵੀ ਇਸ ਥਿਊਰੀ ਦੇ ਵਿੱਚ ਜਦੋਂ ਆਪਾਂ ਖੁੱਲ੍ਹਾ ਛੱਡ ਦਿਆਂਗੇ, ਮਾਰਕੀਟ ਨੂੰ ਓਪਨ ਕਰ ਦਾਂਗੇ, ਜਿੱਦਾਂ ਅੱਜ ਦੀ ਆਪਾਂ ਗਲੋਬਲਾਈਜੇਸ਼ਨ ਦੀ, ਲਿਬਰਲਾਈਜੇਸ਼ਨ ਦੀ ਤੇ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦੇ ਹਾਂ ਵੀ ਵਰਲਡ ਬੈਂਕ ਦੀਆਂ ਪਾਲਿਸੀਜ਼ ਨੇ, ਇੰਟਰਨੈਸ਼ਨਲ ਪਾਲਿਸੀਜ਼ ਨੇ, ਉਹ ਦੇਸ਼ਾਂ ਨੂੰ ਮੰਨਣੀਆਂ ਪੈਂਦੀਆਂ ਨੇ। ਉਹ ਜਦੋਂ ਪਾਲਿਸੀਆਂ ਇੰਪਲੀਮੈਂਟ ਹੋਣਗੀਆਂ ਤਾਂ ਉਹ ਓਪਨ ਮਾਰਕੀਟ ਹੋ ਜੂਗੀ। ਓਪਨ ਮਾਰਕੀਟ ਦੇ ਵਿੱਚ ਵਿਦਿਆਰਥੀਓ ਜਦੋਂ ਇਹ ਲੇਸਿਸ ਫੇਅਰ ਥਿਊਰੀ ਆਈ, ਹੁਣ ਖੁੱਲ੍ਹਾ ਛੱਡਤਾ। ਹੁਣ ਖੁੱਲ੍ਹਾ ਛੱਡਣ ਦੇ ਬਾਅਦ ਕਿਆ ਹੋ ਗਿਆ ਵੀ ਹੁਣ ਉਸ ਖੁੱਲ੍ਹੇ ਛੱਡ ਦੇਣ ਦੇ ਵਿੱਚ ਸਮਾਜ ਦੇ ਵਿੱਚ ਵਿਅਕਤੀ ਉਹੀ ਗਰੋਥ ਕਰੂਗਾ ਜਿਹਦੇ ਕੋਲ ਜ਼ਿਆਦਾ ਪੈਸਾ ਹੋਊਗਾ, ਪਾਵਰ ਹੋਊਗੀ, ਸਟਰਕਚਰ ਹੋਊਗਾ, ਤਾਂ ਉਹੀ ਵਿਅਕਤੀ ਹੋਊਗਾ। ਜਿੱਦਾਂ ਹੁਣ ਮੈਂ ਆਪਾਂ ਗੱਲ ਕੀਤੀ ਇਹਦੇ ਬਾਰੇ ਵੀ ਇਹਦੇ ਬੜੇ ਖਤਰਨਾਕ ਸਿੱਟੇ ਨਿਕਲੇ ਵੀ ਕਾਰਖਾਨਿਆਂ ਦੇ ਵਿੱਚ ਵੱਧ ਤੋਂ ਵੱਧ ਤਨਖਾਹ ਲਿਆ, ਅਮਾਨਵੀ ਮਾਹੌਲ ਪੈਦਾ ਕੀਤਾ, ਸ਼ੋਸ਼ਣ ਕੀਤੀ, ਬੇਰੁਜ਼ਗਾਰੀ ਕੀਤੀ, ਅਨਪੜ੍ਹਤਾ ਵੱਧ ਗਈ ਹੋਰ ਜ਼ਿਆਦਾ। ਠੀਕ ਹੈ, ਇਸ ਕਰਕੇ ਜਿਹੜਾ ਉਹ ਸੀਗਾ ਸਿੱਟਾ ਬੜਾ ਨਕਾਰਾਤਮਕ ਰਿਹਾ ਤੇ ਉਦਾਰਵਾਦੀਆਂ ਦੀ ਇਸ ਧਾਰਨਾ ਨੂੰ ਵੀ ਗਲਤ ਸਿੱਧ ਕਰ ਦਿੱਤਾ ਕਿ ਅਸਮਾਨਤਾ, ਵਿਤਕਰਾ, ਅਸੰਤੁਸ਼ਟਤਾ ਰਾਜ ਦੁਆਰਾ ਦਖਲ ਦਿੱਤੇ ਬਗੈਰ ਹੀ ਖਤਮ ਕੀਤੀ ਜਾ ਸਕਦੀ ਹੈ। ਠੀਕ ਹੈ ਨਾ, ਮਤਲਬ ਇਹ ਰਾਜ ਨਹੀਂ ਹੋਊਗਾ ਤਾਂ ਇਹ ਚੀਜ਼ਾਂ ਫਿਰ ਖਤਮ ਨਹੀਂ ਹੋਣਗੀਆਂ। ਜੇ ਤਿੰਨ ਚੀਜ਼ਾਂ ਮੰਨ ਲਓ ਉੱਪਰ ਆਪਾਂ ਗੱਲ ਕੀਤੀ ਸੀਗੀ ਵੀ ਰਾਜ ਸਾਨੂੰ ਸਿਰਫ ਸੁਰੱਖਿਆ ਦੇਵੇ, ਤਾਂ ਦੂਜਾ ਇਹਦਾ ਪੁਆਇੰਟ ਇਹ ਆ ਗਿਆ ਵੀ ਜੇ ਉਹ ਸੁਰੱਖਿਆ ਦੇ ਰਿਹਾ ਤਾਂ ਜੇ ਮੰਨ ਲਓ ਉਹ ਚੀਜ਼ਾਂ ਮਤਲਬ ਉਹ ਲਾਗੂ ਨਹੀਂ ਕਰੂਗਾ ਤਾਂ ਸਟੇਟ ਸਟੇਬਲ ਨਹੀਂ ਹੋ ਸਕਦੀ, ਸਥਿਰਤ ਨਹੀਂ ਹੋ ਸਕਦੀ। ਠੀਕ ਹੈ ਜੀ, ਇਹ ਜਿਹੜੇ ਫਿਰ ਅਜਿਹੇ ਮਾੜੇ ਹਾਲਾਤ ਸੀਗੇ, ਪ੍ਰਤੀਕਰਮ ਲੇਖਕਾਂ ਨੇ ਬੜੀ ਮਤਲਬ ਇਹਦਾ ਵਿਰੋਧ ਕੀਤਾ। ਉਹਦੇ ਸਿੱਟੇ ਵਜੋਂ ਜਿਹੜਾ ਸਕਾਰਾਤਮਕ ਸਾਡਾ ਹੋਂਦ ਵਿੱਚ ਆਇਆ ਲਿਬਰਲਿਜ਼ਮ। ਸਕਾਰਾਤਮਕ ਇੱਕ ਅੱਛਾਈ ਹੈ, ਪੋਜ਼ਿਟਿਵ ਗੁੱਡ ਅਤੇ ਵਿਅਕਤੀਗਤ ਭਲਾਈ ਤੋਂ ਨਹੀਂ ਹੈ, ਸਗੋਂ ਇੱਕ ਸਕਾਰਾਤਮਕ ਅੱਛਾਈ ਹੈ ਇਹ। ਠੀਕ ਹੈ ਜੀ, ਸਮਾਜ ਕਲਿਆਣ ਦਾ ਇੱਕ ਸਾਧਨ ਅਤੇ ਸਮਾਜ ਦੇ ਸਾਂਝੇ ਹਿੱਤਾਂ ਦਾ ਰਖਵਾਲਿਆਂ ਮੰਨਿਆ ਜਾਣ ਲੱਗ ਪਿਆ। ਹੁਣ ਉਦਾਰਵਾਦ ਦੇ ਜਿਹੜਾ ਨਵਾਂ ਉਦਾਰਵਾਦ ਆਇਆ, ਮਾਡਰਨ ਉਦਾਰਵਾਦ ਆਇਆ, J.S. ਮਿਲ, T.H. ਗ੍ਰੀਨ, ਬਾਰਕਰ, ਲਾਸਕੀ ਹਾਊਸ ਤੇ ਮੈਕਾਵਰ ਉੱਘੇ ਵਿਦਵਾਨਾਂ ਵਿੱਚ ਕੁਝ ਜਿਨ੍ਹਾਂ ਨੇ ਉਦਾਰਵਾਦੀ ਸਕਾਰਾਤਮਕ ਧਾਰਨਾ ਦਾ ਸਮਰਥਨ ਕੀਤਾ। ਇਸ ਤਰ੍ਹਾਂ ਰਾਜ ਜਿਹੜਾ ਹੈਗਾ ਸਕਾਰਾਤਮਕ, ਜਿਹੜੀ ਆਪਾਂ ਗੱਲ ਕੀਤੀ ਹੈ ਵੀ ਜਿਹੜਾ ਮਿਲ ਹੈ, ਠੀਕ ਹੈ ਜੀ, ਜਦੋਂ ਮਿਲ ਨੇ ਰਾਜ ਦੁਆਰਾ ਨਿੱਜੀ ਸੰਪਤੀਆਂ ਨਿਯੰਤਰਣ ਕਰਨ ਦੇ ਦੇਸ਼ ਦੀ ਕੁਦਰਤੀ ਸਾਧਨਾਂ ਉੱਤੇ ਰਾਜ ਦੇ ਨਿਯੰਤਰਣ ਦੀ ਪ੍ਰੋੜਤਾ ਕੀਤੀ। ਗ੍ਰੀਨ ਨੇ ਤਿੰਨ ਮੁੱਖ ਸਮਾਜਿਕ ਬੁਰਾਈਆਂ ਗਰੀਬੀ, ਜਹਾਲਤ ਅਤੇ ਅਸੰਜਮ ਤੇ ਕਾਬੂ ਪਾਉਣ ਲਈ ਰਾਜ ਦੁਆਰਾ ਸਕਾਰਾਤਮਕ ਕਾਰਵਾਈ ਤੇ ਜ਼ੋਰ ਦਿੱਤਾ। ਰਾਜ ਦੁਆਰਾ ਸਕਾਰਾਤਮਕ ਕਾਰਵਾਈ ਦਾ ਸਮਰਥਨ 21ਵੀਂ ਸਦੀ ਦੇ ਲੇਖਕਾਂ ਦੀ ਰਚਨਾਵਾਂ ਤੇ ਹੋਰ ਵਧੇਰੇ ਸਪਸ਼ਟ ਰੂਪ ਦੇਖਣ ਨੂੰ ਮਿਲਦਾ ਹੈ। ਇੰਗਲੈਂਡ ਵਿੱਚ ਲਾਸਕੀ ਨੇ ਤਾਂ ਅਮਰੀਕਾ ਵਿੱਚ ਮੈਕਾਵਰ ਨੇ ਰਾਜ ਦਾ ਵੱਧ ਤੋਂ ਵੱਧ ਸਮਾਜਿਕ ਭਲਾਈ ਦੇ ਕਾਰਜ ਨਿਭਾਉਣ ਦੇ ਲਈ ਜਿਹੜੀ ਹੈ ਉਹ ਗੱਲ ਕੀਤੀ। ਠੀਕ ਹੈ ਜੀ, ਇਸ ਕਰਕੇ ਜਿਹੜਾ ਪੋਜ਼ਿਟਿਵ ਲਿਬਰਲਿਜ਼ਮ ਹੈ ਇਹ ਕਹਿੰਦਾ ਵੀ ਸਟੇਟ ਜਿਹੜੇ ਉਹ ਪੱਖ ਰਹਿ ਗਏ ਸੀਗੇ ਜਿਹਦਾ ਸਾਨੂੰ ਨੁਕਸਾਨ ਹੋਇਆ, ਜਿਹੜੇ ਉਹ ਸਾਡੇ ਜਿਹੜੇ ਵੱਡੇ ਮਤਲਬ ਪੈਸੇ ਸੀਗੇ, ਇੰਡਸਟਰੀਅਲਿਸਟ ਸੀਗੇ, ਉਹ ਜਦੋਂ ਆਪਣੇ ਰੂਲ ਲਾਗੂ ਕਰਨ ਲੱਗ ਗਏ ਤਾਂ ਉਹਨਾਂ ਦੇ ਵਿਰੋਧ ਦੇ ਵਿੱਚੋਂ ਇਹ ਜਿਹੜਾ ਪੋਜ਼ਿਟਿਵ ਲਿਬਰਲਿਜ਼ਮ ਹੈ ਸਾਡੇ ਸਾਹਮਣੇ ਸਕਾਰਾਤਮਕ ਹੁੰਦਾ ਹੈ। ਠੀਕ ਹੈ ਜੀ, ਹੁਣ ਸਕਾਰਾਤਮਕ ਜਿਹੜਾ ਰਾਜ ਹੈ ਉਹਦੀ ਧਾਰਨਾ ਦਿੱਤੀ ਗਈ ਹੈ ਵੀ ਰਾਜ ਦੀ ਦਖਲਅੰਦਾਜ਼ੀ ਦੀ ਨੀਤੀ, ਇਸ ਦੁਆਰਾ ਸਮਾਜ ਦੀ ਭਲਾਈ ਦੇ ਕੰਮ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਇਸ ਮਤ ਦੇ ਸਮਰਥਕਾਂ ਦੇ ਅਨੁਸਾਰ ਰਾਜ ਲਈ ਦੇਸ਼ ਦੀ ਰੱਖਿਆ, ਲੋਕਾਂ ਦੇ ਜੀਵਨ ਤੇ ਸਮ੍ਰਿਤੀ ਦੀ ਸੁਰੱਖਿਆ, ਕਾਨੂੰਨ ਅਤੇ ਵਿਵਸਥਾ ਦੀ ਸਥਾਪਨਾ, ਨਿਆਂ ਪ੍ਰਬੰਧ ਦੀ ਵਿਵਸਥਾ, ਕਰ ਲਗਾਉਣਾ ਆਦਿ ਕਾਰਜਾਂ ਦੇ ਨਾਲ ਹੋਰ ਅਨੇਕਾਂ ਜਿਹੇ ਕਾਰਜ ਕਰਨੇ ਵੀ ਜ਼ਰੂਰੀ ਹਨ ਜਿਨ੍ਹਾਂ ਦੁਆਰਾ ਮਨੁੱਖ ਦਾ ਸਰਬਪੱਖੀ ਵਿਕਾਸ ਸੰਭਵ ਹੋਵੇ। ਠੀਕ ਹੈ ਜੀ, ਨੈਗੇਟਿਵ ਹੋਰ ਗੱਲ ਕਰਦਾ ਸੀਗਾ, ਪੋਜ਼ਿਟਿਵ ਬਿਲਕੁਲ ਵੱਖਰਾ ਹੋ ਗਿਆ। ਇਹ ਸਟੇਟ ਦੀ ਜਿਹੜੀ ਹੈ ਪੋਸੀਬਿਲਿਟੀ ਮੰਨਦਾ ਹੈ, ਸਟੇਟ ਨੂੰ ਕਹਿੰਦਾ ਹੈ ਵੀ ਤੁਸੀਂ ਟੈਕਸ ਵੀ ਲਾ ਸਕਦੇ ਹੋ, ਰਾਜ ਦੀ ਤਰੱਕੀ ਵੀ ਤੁਸੀਂ ਕਰਨੀ ਹੈ, ਨਿਆਂ ਦਾ ਸਿਧਾਂਤ ਵੀ ਤੁਸੀਂ ਕਰਨਾ ਹੈ, ਲੋਕਾਂ ਦੀ ਸੁਰੱਖਿਆ ਵੀ ਤੁਸੀਂ ਕਰਨੀ ਹੈ। ਇਹ ਜਿਹੜਾ ਕੰਮ ਹੈ ਇਹ ਤੁਹਾਡੇ ਕੰਮ ਹੋਣਗੇ। ਅਗਲਾ ਆਪਣੇ ਕੋਲ ਜਿਹੜਾ ਪੁਆਇੰਟ ਬਣਦਾ ਹੈ ਵਿਦਿਆਰਥੀ ਉਹ ਹੈਗਾ ਨਿਊ ਲਿਬਰਲਿਜ਼ਮ, ਨਵ ਉਦਾਰਵਾਦ। ਜਿਹੜਾ ਨਵ ਉਦਾਰਵਾਦ ਹੈ ਇੱਕ ਨਵੀਂ ਪਾਲਿਸੀ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਉਦਾਰਵਾਦੀ ਵਿਚਾਰਧਾਰਾ 400 ਸਾਲ ਤੋਂ ਵੱਧ ਪੁਰਾਣਾ ਹੋ ਗਿਆ ਇਹ, ਤੇ ਇਸ ਦੇ ਨਾਲ ਸਮੇਂ ਤੋਂ ਪਰਿਵਰਤਨ ਹੁੰਦੇ ਰਹੇ, ਜਿੱਦਾਂ ਐਵੋਲੂਸ਼ਨਰੀ ਥਿਊਰੀ ਆਫ ਦੀ ਸਟੇਟ ਦੀ ਆਪਾਂ ਗੱਲ ਕੀਤੀ ਸੀਗੀ। ਅਜੋਕੇ ਸਮੇਂ ਵੀ ਜਿਹੜਾ ਸਾਡੇ ਸਾਹਮਣੇ ਨਵਾਂ ਉਦਾਰਵਾਦ ਆ ਰਿਹਾ ਉਹ ਹੈਗਾ ਨਵ ਉਦਾਰਵਾਦ, ਨਿਊ ਲਿਬਰਲਿਜ਼ਮ। ਇੱਕ LPG ਪਾਲਿਸੀ ਹੈ ਸਾਡੇ ਕੋਲ, ਉਹ ਕਿਆ ਹੈ? ਲਿਬਰਲਾਈਜੇਸ਼ਨ, ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਧਾਰਨਾਵਾਂ ਵਿਸ਼ਵ ਵਿੱਚ ਪ੍ਰਚਲਿਤ ਹਨ ਅਤੇ ਪਿੱਛੇ ਨਵ ਉਦਾਰਵਾਦੀ ਫਿਲਾਸਫੀ ਹੈ। ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਉਦਾਰਵਾਦੀ ਲੋਕਤੰਤਰੀ ਵਿਵਸਥਾ ਵਿੱਚ ਹੁਣ ਵਿਅਕਤੀ ਅਤੇ ਕਾਰਪੋਰੇਸ਼ਨਾਂ ਦੀ ਵੱਧਦੀ ਭੂਮਿਕਾ ਤੇ ਸੁਤੰਤਰਤਾ ਉੱਤੇ ਰਾਜ ਦਾ ਵੱਖ-ਵੱਖ ਖੇਤਰਾਂ ਕੰਟਰੋਲ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅੱਜ ਇਹ ਮੰਨਿਆ ਜਾ ਰਿਹਾ ਹੈ ਕਿ ਰਾਜ ਦਾ ਕੰਮ ਉਦਯੋਗ ਚਲਾਉਣ ਜਾਂ ਹੋਰ ਕਲਿਆਣਕਾਰੀ ਕਾਰਜ ਨਹੀਂ, ਕਿਉਂਕਿ ਇਹ ਕੰਮ ਪ੍ਰਾਈਵੇਟ ਕੰਪਨੀ ਜਾਂ ਗੈਰ ਸਰਕਾਰੀ ਸੰਸਥਾਵਾਂ ਦੁਆਰਾ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ। ਰਾਜ ਦੀ ਭੂਮਿਕਾ ਮੁੱਖ ਤੌਰ ਤੇ ਨਿਯਮਿਤ ਕਰਨ ਵਾਲੀ ਹੋਣੀ ਚਾਹੀਦੀ ਹੈ,
ਇਹੀ ਕਾਰਨ ਹੈ ਕਿ ਵੱਖ ਖੇਤਰਾਂ ਵਿੱਚ ਰਾਜ ਦੀ ਭੂਮਿਕਾ ਘਟ ਰਹੀ ਹੈ। ਇਸ ਦੀ ਥਾਂ ਪ੍ਰਾਈਵੇਟ ਕਾਰਪੋਰੇਸ਼ਨਾਂ ਅਤੇ ਗੈਰ ਸਰਕਾਰੀ ਅਦਾਰਿਆਂ ਨੋਨ ਗਵਰਨਮੈਂਟ ਆਰਗੇਨਾਈਜੇਸ਼ਨ ਦੁਆਰਾ ਚਲਾਈ ਜਾ ਰਹੀ ਹੈ। ਠੀਕ ਹੈ ਜੀ। ਹੁਣ ਸਟੇਟ ਕਿਆ ਮੰਨਦੀ ਹੈ ਅੱਜ ਦੇ ਸਮੇਂ ਦੇ ਵਿੱਚ ਬਈ ਆਪਣੀ ਕੰਮ ਜਿਹੜੀ ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈ। ਠੀਕ ਹੈ ਜੀ। ਪਹਿਲਾਂ ਜਿਹੜੀ ਸਟੇਟ ਦੇ ਜਿਹੜੇ ਕੰਮ ਹੁੰਦੇ ਸੀਗੇ ਉਹ ਮਤਲਬ ਪੋਸੀਬਲ ਹੁੰਦੇ ਸੀਗੇ, ਉਹਨਾਂ ਨੂੰ ਕਰਨੇ ਲਾਜ਼ਮੀ ਹੁੰਦੇ ਸੀਗੇ। ਅੱਜ ਜੋ ਸਟੇਟ ਹੈ ਉਹ ਚੀਜ਼ਾਂ ਤੋਂ ਪਿੱਛੇ ਜਿਹੜਾ ਆਪਣਾ ਹੱਥ ਖਿੱਚ ਰਹੀ ਹੈ। ਉਦਾਹਰਨ ਦੇ ਤੌਰ ਤੇ ਜਿੱਦਾਂ ਹੁਣ ਸੜਕਾਂ ਬਣ ਰਹੀਆਂ ਨੇ, ਸੜਕਾਂ ਬਣਨ ਦੇ ਨਾਲ ਵੱਡੀਆਂ ਲੰਬੀਆਂ ਆਪਾਂ ਨੂੰ ਬੜੀਆਂ ਵਧੀਆ ਸੜਕਾਂ ਮਿਲ ਗਈਆਂ ਇੱਕ ਰਾਜ ਨੂੰ ਦੂਜੇ ਰਾਜ ਦੇ ਨਾਲ ਅੱਗੇ, ਤਾਂ ਉਹਦੇ ਵਿੱਚ ਆਪਾਂ ਟੈਕਸ ਲਾ ਰਹੇ ਹਾਂ, ਜਿਹੜੇ ਆਹ ਟੋਲ ਟੈਕਸ ਲੱਗ ਜਾਂਦੇ ਨੇ। ਠੀਕ ਹੈ। ਜੋ ਵਿਅਕਤੀ ਪੈਸਾ ਦੇ ਰਹੇ ਨੇ, ਵਿਅਕਤੀ ਮਤਲਬ ਉਹਨੇ ਚਲਾਉਣਾ ਹੈ। ਮਤਲਬ ਇੱਕ ਤਰ੍ਹਾਂ ਨਾਲ ਪੁਰਾਣਾ ਜਿਹੜਾ ਸਮਾਂ ਫੇਰ ਆਉਣ ਲੱਗ ਗਿਆ ਵੀ ਵਿਅਕਤੀ ਉਸ ਚੀਜ਼ ਨੂੰ ਚਲਾਉਣਗੇ। ਵੀ ਰਾਜ ਨੇ ਬੜੀ ਆਪਣੀ ਜਿਹੜੀ ਪਾਰਟੀਸਪੇਸ਼ਨ ਆ ਉਹ ਮੰਨਫੀ ਕਰ ਲਈ। ਠੀਕ ਹੈ ਜੀ। ਹੁਣ ਅਗਲਾ ਆਪਾਂ ਗੱਲ ਕਰਾਂਗੇ ਕ੍ਰਿਟੀਕਲ ਐਵੋਲਿਊਸ਼ਨ ਆਫ ਦਾ ਲਿਬਰਲਿਜ਼ਮ। ਵੀ ਇਹਦਾ ਜਿਹੜਾ ਉਦਾਰਵਾਦ ਦਾ ਦੀ ਆਲੋਚਨਾ ਵੀ ਕੀਤੀ ਗਈ ਹੈ। ਰਾਜ ਜਿਹੜਾ ਹੈਗਾ ਉਦਾਰਵਾਦੀ ਵਿਅਕਤੀਆਂ ਦੇ ਸਿਧਾਂਤ ਦੀ ਬੜੀ ਕਰੜੀ ਆਲੋਚਨਾ ਕਰਦਾ ਹੈ। ਸਭ ਤੋਂ ਪਹਿਲਾਂ ਤਾਂ ਕੁਝ ਆਲੋਚਕ ਰਾਜ ਨੂੰ ਇੱਕ ਵਸ਼ਿਕ ਬੁਰਾਈ ਮੰਨਣ ਤੋਂ ਹੀ ਇਨਕਾਰੀ ਹਨ। ਉਹਨਾਂ ਦਾ ਮਤ ਹੈ ਕਿ ਰਾਜ ਜੀਵਨ ਦੀ ਸਭ ਤੋਂ ਪਹਿਲੀ ਜ਼ਰੂਰੀ ਅਤੇ ਲੋੜੀਂਦੀ ਸ਼ਰਤ ਹੈ। ਰਾਜ ਨਾ ਸਿਰਫ ਸ਼ਾਂਤੀ ਦੀ ਅਵਸਥਾ ਦੇ ਹਾਲਾਤ ਹੀ ਸੰਭਵ ਬਣਾਉਂਦੇ ਹਨ, ਸਗੋਂ ਸਮਾਜ ਵਿੱਚ ਮੌਜੂਦਾ ਵਿਰੋਧੀ ਹਿੱਤਾਂ ਅਤੇ ਸਮਾਯੋਜਨ ਦੇ ਵੀ ਜਿਹੜਾ ਉਹ ਹੈ ਉਹ ਲਾਗੂ ਕਰਦੇ ਨੇ। ਠੀਕ ਹੈ ਜੀ। ਦੂਜਾ ਹੈਗਾ ਗਾਰਨਰ, ਇਹ ਗੱਲ ਕਰਦਾ ਹੈ ਕਿ ਰਾਜ ਸੁਤੰਤਰਤਾ ਦਿਵਾਉਂਦਾ ਹੈ ਅਤੇ ਉਤਸ਼ਾਹਿਤ ਕਰਦਾ ਹੈ ਤੇ ਨਾਲ ਹੀ ਪ੍ਰਤੀਬੰਧ ਵੀ ਲਗਾਉਂਦਾ ਹੈ। ਠੀਕ ਹੈ ਜੀ। ਅਗਲਾ ਹੈਗਾ ਉਦਾਰਵਾਦ, ਜੋ ਚਾਹੇ ਸੋ ਕਰੇ। ਆਰਥਿਕ ਸਿਧਾਂਤ ਵੀ ਇਤਿਹਾਸਿਕ ਤੌਰ ਤੇ ਗਲਤ ਸਾਬਤ ਹੋ ਚੁੱਕਾ ਹੈ। ਇਸੇ ਤਰ੍ਹਾਂ ਯੋਗਤਮ ਹੀ ਜੀਵਤ ਰਹੇਗਾ ਸਿਧਾਂਤ ਨੇ ਸਿਰਫ ਅਸਭ्य ਬਰੂਟਲ ਹੀ ਨਹੀਂ ਸਗੋਂ ਨੈਤਿਕ ਵੀ ਹੈ। ਕਮਜ਼ੋਰਾਂ ਤੇ ਲਾਚਾਰਾਂ ਸੁਰੱਖਿਆ ਪ੍ਰਦਾਨ ਕਰਨਾ ਰਾਜ ਦਾ ਕਰਤੱਵ ਹੈ। ਠੀਕ ਹੈ ਜੀ। ਜਿਹੜਾ ਪੁਰਾਣਾ ਉਦਾਰਵਾਦ ਕਹਿੰਦਾ ਸੀਗਾ ਵੀ ਬੰਦਿਆਂ ਨੂੰ ਮਾਰ ਦਿਓ, ਕੋਈ ਚੱਕਰ ਨਹੀਂ ਜੇ ਸਟੇਟ ਦੀ ਗਰੋਥ ਕਰਨੀ ਹੈ, ਪਰ ਜਿਹੜਾ ਅੱਜ ਦਾ ਸਮਾਂ ਹੈ ਉਹਦੇ ਵਿੱਚ ਜਿਹੜਾ ਰਾਜ ਹੈ ਉਹ ਹੀ ਕਹਿੰਦਾ ਹੈ ਰਾਜ ਦੀ ਜਿਹੜੀ ਜ਼ਿੰਮੇਵਾਰੀ ਕਿਆ ਮੰਨੀ ਜਾਂਦੀ ਹੈ ਵੀ ਉਹਨਾਂ ਦੀ ਸੁਰੱਖਿਆ ਪ੍ਰਦਾਨ ਕਰਨਾ ਵੀ ਰਾਜ ਦਾ ਹੀ ਮੁੱਖ ਮਕਸਦ ਹੈ। ਠੀਕ ਹੈ ਜੀ। ਅਜੋਕਾ ਜਿਹੜਾ ਯੁੱਗ ਕਲਿਆਣਕਾਰੀ ਰਾਜ ਦਾ ਯੁੱਗ ਹੈ, ਜਿਸ ਅਧੀਨ ਰਾਜ ਦੇ ਮਨੁੱਖ ਪੂਰੇ ਵਿਅਕਤੀਵਾਦ ਵਿਕਾਸ ਦੀ ਜ਼ਿੰਮੇਵਾਰੀ ਲੈਂਦਾ ਹੈ। ਜਾਪਾਨ ਦੇ ਭਾਰਤ ਦੇ ਤਜਰਬੇ ਤੋਂ ਇਹ ਸਾਬਤ ਹੋ ਗਿਆ ਹੈ ਕਿ ਰਾਜ ਦੁਆਰਾ ਆਰਥਿਕ ਗਤੀਵਿਧੀਆਂ ਨੂੰ ਵਿਨਿਯਮਿਤ ਕਰਨ ਨਾਲ ਵਿਅਕਤੀ ਜ਼ਿੰਦਗੀ ਵਧੇਰੇ ਖੁਸ਼ਹਾਲ ਹੋਈ ਹੈ। ਨਵ ਉਦਾਰਵਾਦ ਜਿਸ ਅਧੀਨ ਆਰਥਿਕ ਤੇ ਕਲਿਆਣਕਾਰੀ ਰਾਜ ਕੋਲੋਂ ਪ੍ਰਾਈਵੇਟ ਅਦਾਰਿਆਂ ਨੂੰ ਸੌਂਪਣ ਦੀ ਅਤੇ ਰਾਜ ਨੂੰ ਕੇਵਲ ਨਿਯੰਤਰਣ ਨਾਲ ਸੰਬੰਧਿਤ ਕਾਰਜ ਸੌਂਪਣ ਦੀ ਤਜਵੀਜ਼ ਹੈ ਤੇ ਸਿੱਟੇ ਵਜੋਂ ਸਾਹਮਣੇ ਆਈ ਹੈ। ਇਸ ਕਰਕੇ ਜਿਹੜਾ ਇਹ ਉਦਾਰਵਾਦ ਹੈ ਇਹਦੀ ਕ੍ਰਿਟੀਕਲ ਵੀ ਹੈ, ਜਿਹੜੀ ਪਹਿਲਾਂ ਮੈਂ ਤੁਹਾਨੂੰ ਬਾਰ-ਬਾਰ ਗੱਲ ਕਹਿ ਰਿਹਾ ਵੀ ਜਿਹੜਾ ਜਿਹੜਾ ਪਹਿਲੂ ਹੈ ਜਦੋਂ ਆਪਾਂ ਕਰਾਂਗੇ ਕੋਈ ਵੀ ਟੌਪਿਕ ਕਰਾਂਗੇ ਤਾਂ ਉਹ ਦੋਨੇ ਪੱਖ ਆਪਾਂ ਨੂੰ ਦੇਖਣੇ ਪੈਣਗੇ ਵੀ ਇੱਕ ਪੱਖ ਕਿਆ ਕਹਿੰਦਾ ਹੈ ਤੇ ਦੂਜਾ ਪੱਖ ਕਿਆ ਕਹਿੰਦਾ ਹੈ। ਤੇ ਇਹ ਤਾਂ ਸੀਗਾ ਆਪਣਾ ਉਦਾਰਵਾਦੀ ਰਾਜ ਦੀ ਉਤਪੱਤੀ ਦਾ ਉਦਾਰਵਾਦੀ ਸਿਧਾਂਤ। ਤੇ ਹੁਣ ਨਾਲ ਕੁਝ ਥੋੜਾ ਜਿਹਾ ਆਪਾਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀਗੀ, ਤੁਸੀਂ ਦੇਖਿਆ ਹੋਣਾ ਵੀ ਜਿਹੜਾ ਹੈਗਾ ਰਾਜ ਦਾ ਵਿਕਾਸਵਾਦੀ ਸਿਧਾਂਤ, ਰਾਜ ਦਾ ਮਾਰਕਸਵਾਦੀ ਸਿਧਾਂਤ। ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀਗੀ ਵੀ ਮਾਰਕਸਿਸਟ ਵਿਊ ਆਫ ਦਾ ਸਟੇਟ। ਹੁਣ ਮਾਰਕਸ ਜਿਹੜਾ ਕਹਿੰਦਾ ਹੈ, ਜਿੱਦਾਂ 10 ਕੈਪੀਟਲ ਬੁੱਕ ਹੈ ਮਾਰਕਸ ਦੀ, ਉਹ ਇਹ ਗੱਲ ਕਰਦਾ ਹੈ ਵੀ ਜਿਹੜਾ ਵੀ ਉਹ ਓਰੀਜਨ ਆਫ ਸਟੇਟ ਕਿਸ ਤਰ੍ਹਾਂ ਮੰਨਦੇ ਆ। ਮਾਰਕਸਵਾਦੀ ਜਿਹੜੀ ਹੈ ਜਿਹੜੇ ਕਿਸੇ ਤਰ੍ਹਾਂ ਦੀ ਵੀ ਕਿਸ ਤਰ੍ਹਾਂ ਜਿਹੜੀ ਸਟੇਟ ਆ ਉਹ ਉਤਪੰਨ ਹੁੰਦੀ ਹੈ, ਕਿਸ ਤਰ੍ਹਾਂ ਉਹ ਬਣਦੀ ਹੈ। ਰਾਜ ਦਾ ਜਿਹੜਾ ਮਾਰਕਸਵਾਦੀ ਦੇ ਸਮਾਜਵਾਦੀ ਸਿਧਾਂਤ ਉਦਾਰਵਾਦੀ ਸਿਧਾਂਤ ਤੋਂ ਬਿਲਕੁਲ ਉਲਟਾ ਹੈ। ਇਸ ਦਾ ਕਾਰਨ ਇਹ ਹੈ ਕਿ ਸਮਾਜਵਾਦੀ ਸਿਧਾਂਤ ਦੇ ਸਮਰਥਕਾਂ ਨੇ ਰਾਜਨੀਤਿਕ ਸੰਬੰਧ ਦਾ ਆਰੰਭ ਉਦਾਰਵਾਦੀਆਂ ਨੇ ਇਸ ਵਿਚਾਰ ਦੇ ਖੰਡਨ ਨਾਲ ਹੁੰਦਾ ਹੈ। ਰਾਜ ਸਮਾਜ ਦੀ ਭਲਾਈ ਦਾ ਸਾਧਨ ਹੈ। ਵਿਗਿਆਨਿਕ ਸਮਾਜਵਾਦ, ਜਿਸ ਨੂੰ ਬਹੁਤ ਵਾਰੀ ਮਾਰਕਸਵਾਦ ਵੀ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਇਸ ਦਾ ਆਧਾਰ ਮਾਰਕਸ ਦੇ ਵਿਚਾਰ ਹਨ। ਸਮਾਜ ਅਤੇ ਦੂਜੀ ਸ਼੍ਰੇਣੀਆਂ ਨਾਲ ਹੋਇਆ ਸਮਝਿਆ ਜਾਂਦਾ ਹੈ, ਕਲਾਸਲੈਸ ਸੋਸਾਇਟੀ ਹੈ। ਠੀਕ ਹੈ ਜੀ। ਹੁਣ ਮਾਰਕਸ ਦਾ ਜਿਹੜਾ ਸਿਧਾਂਤ ਆ ਉਹ ਕਿਆ ਕਹਿੰਦਾ ਹੈ, ਮਾਰਕਸਵਾਦੀ ਜਿਹੜੇ ਸਿਧਾਂਤ ਹੈ ਜਿੱਦਾਂ ਆਪਾਂ ਓਰੀਜਨ ਆਫ ਸਟੇਟ ਹੈ ਬਈ ਇਹ ਜਿਹੜੀ ਹੈਵ ਐਂਡ ਹੈਵ ਨੋਟਸ ਦੀ ਗੱਲ ਕਰਦੀ ਹੈ। ਬਈ ਜਿਹੜੀ ਕਲਾਸ ਸੋਸਾਇਟੀ ਹੈ ਜਿਸ ਵਿੱਚ ਮੌਜੂਦਾ ਸ਼੍ਰੇਣੀਆਂ ਦੇ ਹਿੱਤ ਇੱਕ ਦੂਜੇ ਨਾਲ ਟਕਰਾਉਂਦੇ ਹਨ ਅਤੇ ਮੌਲਿਕ ਤੌਰ ਤੇ ਇੱਕ ਦੂਜੇ ਨਾਲੋਂ ਬਿਲਕੁਲ ਵੱਖਰੇ ਹਨ। ਇਹੋ ਜਿਹੇ ਵਿਰੋਧੀ ਧਿਰ ਵਿੱਚ ਵੰਡੇ ਹੋਏ ਸਮਾਜ ਵਿੱਚ ਸਮੁੱਚੀ ਸਮਾਜ ਦੀ ਗੱਲ ਕਰਨਾ ਇੱਕ ਭਰਮ ਮਾਤਰ ਹੈ। ਮਾਰਕਸਵਾਦੀ ਇਸ ਵਿਚਾਰ ਨਾਲ ਵੀ ਸਹਿਮਤ ਨੇ ਕਿ ਰਾਜ ਲੋਕ ਕਲਿਆਣ ਦੀ ਏਜੰਸੀ ਦੀ ਅਤੇ ਸਮਾਜਿਕ ਸਥਾਈ ਸੰਸਥਾ ਹੈ। ਉਹ ਰਾਜ ਨੂੰ ਅਮੀਰਾਂ ਦੁਆਰਾ ਬਣਾਈ ਹੋਈ ਸੰਸਥਾ ਮੰਨਦੇ ਹਨ। ਦਾ ਮੰਤਵ ਸੱਤਾ ਸ਼੍ਰੇਣੀ ਦੇ ਲਈ ਮੌਜੂਦ ਐਗਜ਼ਿਸਟਿੰਗ ਢਾਂਚੇ ਨੂੰ, ਇਹ ਮਤਲਬ ਹੈਵ ਔਰ ਹੈਵ ਨੋਟਸ, ਵੀ ਅਮੀਰ ਜਿਹੜੀ ਹੋਰ ਅਮੀਰ ਹੋ ਰਿਹਾ ਇਸ ਸਥਿਤੀ ਦੇ ਵਿੱਚ ਤੇ ਗਰੀਬ ਜਿਹੜਾ ਹੋਰ ਉਹ ਗਰੀਬ ਹੋ ਰਿਹਾ। ਠੀਕ ਹੈ ਜੀ। ਅਗਲਾ ਸਰਪਲਸ ਵੈਲਿਊ ਆਫ ਦਾ ਸਟੇਟ। ਸਰਪਲਸ ਵੈਲਿਊ ਮਾਰਕਸ ਕਿਸ ਨੂੰ ਮੰਨਦਾ ਹੈ? ਮਾਰਕਸ ਕਹਿੰਦਾ ਹੈ ਕਿ ਜਿਹੜਾ ਵਿਅਕਤੀ ਹੈ, ਇੱਕ ਜਿਹੜਾ ਮਜ਼ਦੂਰ ਹੈ, ਇੱਕ ਕਿਸਾਨ ਹੈ, ਉਹ ਮਤਲਬ ਕਿਸੇ ਕਾਰਖਾਨੇ ਦੇ ਵਿੱਚ ਕਿਸੇ ਮਜ਼ਦੂਰ ਦੇ ਕੋਲ, ਕਿਸੇ ਕਿਸਾਨ ਦੇ ਕੋਲ ਜਦੋਂ ਕੰਮ ਕਰਦਾ ਹੈ, ਮਤਲਬ ਇੱਕ ਦਿਨ ਦੇ ਵਿੱਚੋਂ ਮੰਨ ਲਓ ਜਿੰਨਾ ਕੰਮ ਕਰਦਾ ਹੈ ਉਹਨੂੰ ਜਿਹੜੀ ਉਹਦੀ ਮਜ਼ਦੂਰੀ ਮਿਲਦੀ ਹੈ, ਉਹ ਮਜ਼ਦੂਰੀ ਕੋ ਕੰਮ ਕਰ ਰਿਹਾ 1000 ਰੁਪਏ ਦਾ ਮੰਨ ਲਓ,
8 ਘੰਟੇ ਦੇ ਵਿੱਚ 10 ਘੰਟੇ ਦੇ ਵਿੱਚ ਜਿੰਨਾ ਵੀ ਉਹ 6 ਘੰਟੇ ਦੇ ਜਿਹੜੇ ਵਰਕਿੰਗ ਆਵਰਸ ਆਪਾਂ ਕਰ ਰਹੇ ਹਾਂ ਤਾਂ ਉਹਦੇ ਵਿੱਚ ਜਿੰਨਾ ਉਹ ਕੰਮ ਕਰਦਾ ਹੈ, ਮੰਨ ਲਓ ਜਿਹੜਾ ਇੰਡਸਟਰੀਅਲਿਸਟ ਹੈ, ਉਦਯੋਗਪਤੀ ਆ, ਉਹਨੂੰ ਜ਼ਿਆਦਾ ਫਾਇਦਾ ਦੇ ਰਿਹਾ ਤੇ ਆਪ ਦੇ ਕੋਲ ਉਹਨੂੰ ਤਨਖਾਹ ਕਿੰਨੀ ਮਿਲ ਰਹੀ ਹੈ 250 500। ਹੁਣ ਜਿਹੜਾ ਉਹ 500 ਤੋਂ ਬਾਅਦ ਉਹਦੀ ਪੂੰਜੀਪਤੀ ਦੀ ਜੇਬ ਵਿੱਚ ਪੈਸਾ ਚਲਾ ਗਿਆ, ਮਾਰਕਸ ਉਸ ਨੂੰ ਸਰਪਲਸ ਵੈਲਿਊ ਆਫ ਦਾ ਸਟੇਟ ਮੰਨਦਾ ਹੈ ਵੀ ਜਿਹੜਾ ਵਾਧੂ ਮੁੱਲ ਦਾ ਸਿਧਾਂਤ, ਜਿਹੜਾ ਵਾਧੂ ਪੈਸਾ ਹੈ ਉਹ ਵਿਅਕਤੀ ਦੀ ਜਿਹੜਾ ਜੇਬ ਵਿੱਚ ਚਲਾ ਗਿਆ, ਠੀਕ ਹੈ ਜੀ, ਉਹ ਵਿਅਕਤੀ ਦੀ ਜੇਬ ਵਿੱਚ ਚਲਾ ਗਿਆ, ਉਹਨੂੰ ਉਹ ਵਾਧੂ ਮੁੱਲ ਦਾ ਸਿਧਾਂਤ ਕਹਿੰਦਾ। ਉਹ ਵਿਅਕਤੀ ਨੂੰ ਉਹ ਮੰਨਦਾ ਹੈ ਮਾਰਕਸ ਵੀ ਜਿਹੜਾ ਉਹ ਵਿਅਕਤੀ ਦੇ ਕੋਲ ਵਾਪਸ ਜਿਹੜਾ ਆਣਾ ਉਹ ਚਾਹੀਦਾ ਹੈ। ਇਸੇ ਤਰ੍ਹਾਂ ਭੌਤਿਕ ਦਵੰਦਵਾਦ ਹੈ, ਡਾਇਲੈਕਟ੍ਰਿਕਲ ਮਟੀਰੀਅਲਿਜ਼ਮ, ਇਹ ਵੀ ਇਸੇ ਤਰ੍ਹਾਂ ਕੰਮ ਕਰਦਾ ਹੈ, ਠੀਕ ਹੈ ਜੀ। ਰਾਜ ਦੀ ਉਤਪਤੀ ਸੰਬੰਧੀ ਇੱਕ ਮਾਰਕਸਵਾਦੀ ਸਿਧਾਂਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਜੇਸੀ ਯੂਰੀ ਨੇ ਇਹਦੀ ਜਿਹੜੀ ਇੱਕ ਮਤਲਬ ਗੱਲ ਕੀਤੀ ਹੈ, ਉਹ ਕਹਿੰਦਾ ਵੀ ਮਾਰਕਸਵਾਦੀ ਸਿਧਾਂਤ ਅਨੁਸਾਰ ਰਾਜ ਨਾ ਤਾਂ ਮਨੁੱਖੀ ਚੇਤਨਾ ਦਾ ਨਤੀਜਾ ਹੈ ਤੇ ਨਾ ਹੀ ਲੋਕਾਂ ਦੀ ਸਹਿਮਤੀ ਦੇ ਆਧਾਰ ਤੇ ਬਨਾਵਟੀ ਸੰਤਾ ਹੈ, ਨਾ ਹੀ ਸਿਰਫ ਸਦੀਆਂ ਦੇ ਅਜਿਹੇ ਵਿਕਾਸ ਦਾ ਸਿੱਟਾ ਮਾਤਰ ਜਿਸ ਵਿੱਚ ਧਰਮ, ਜਾਤੀ, ਸਹਿਮਤੀ, ਸ਼ਕਤੀ ਵਰਗੇ ਤੱਤਾਂ ਦਾ ਯੋਗਦਾਨ ਹੈ ਅਤੇ ਲੋਕ ਭਲਾਈ ਦਾ ਇੱਕ ਸਾਧਨ ਹੈ। ਇਹ ਇੱਕ ਸ਼੍ਰੇਣੀ ਦੁਆਰਾ ਦੂਜੀ ਸ਼੍ਰੇਣੀ ਤੇ ਜ਼ਬਰ ਦੇ ਸ਼ੋਸ਼ਣ ਦਾ ਇੱਕ ਸਾਧਨ ਮਾਤਰ ਹੈ, ਹੋਰ ਕੁਝ ਨਹੀਂ ਹੈ। ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ ਵੀ ਚਾਰ ਸਿਧਾਂਤ ਦਿੱਤੇ ਸੀਗੇ, ਉਹਨਾਂ ਵਿੱਚ ਮਾਰਕਸ ਇਹ ਕਹਿੰਦਾ ਵੀ ਉਹ ਕੁਝ ਨਹੀਂ ਹੈ, ਵੀ ਉਹ ਕਿਹਾ ਹੈ ਵੀ ਇੱਕ ਜਿਹੜੀ ਸ਼੍ਰੇਣੀ ਹੈ ਦੂਜੇ ਉੱਪਰ ਅਤਿਆਚਾਰ ਕਰ ਰਹੀ ਹੈ, ਉਹਦੇ ਨਤੀਜੇ ਵਜੋਂ ਜਿਹੜੀ ਸਟੇਟ ਆ ਉਹ ਸਾਡੇ ਸਾਹਮਣੇ ਆਈ। ਜਿਵੇਂ ਕਿ ਲੈਨਨ ਨੇ ਵੀ ਕਿਹਾ ਹੈ ਵੀ ਸ਼੍ਰੇਣੀਆਂ ਵਿੱਚ ਵੰਡ ਅਤੇ ਵਿਰੋਧੀ ਵਿਚਾਰਾਂ ਵਾਲੇ ਇੱਕ ਸਮਾਜ ਵਿੱਚ ਰਾਜ ਇੱਕ ਅਜਿਹਾ ਰਾਜਨੀਤਿਕ ਜੰਤਰ ਪੋਲੀਟੀਕਲ ਮੈਕੈਨਿਜ਼ਮ ਹੈ ਜਿਸ ਦੀ ਵਰਤੋਂ ਇੱਕ ਸ਼੍ਰੇਣੀ ਦੂਜੀ ਸ਼੍ਰੇਣੀ ਤੇ ਆਪਣਾ ਗਲਬਾ ਜਾਂ ਅਧਿਕਾਰ ਜਮਾਉਣ ਦੇ ਲਈ ਕਰਦੀ ਹੈ। ਅਗਲਾ ਆਪਾਂ ਸਮਾਜਵਾਦ ਦੀ ਗੱਲ ਕਰਦੇ ਹਾਂ, ਠੀਕ ਹੈ ਜੀ। ਹੁਣ ਸਮਾਜਵਾਦੀ ਜਿਹੜੇ ਹੈਗੇ ਆ ਰਾਜ ਦੇ ਕਾਰਜਾਂ ਬਾਰੇ ਮਾਰਕਸਵਾਦੀ ਦੇ ਜਿਹੜੇ ਵਿਚਾਰ ਹੈ ਉਹ ਸਮਾਜਵਾਦ ਕਹਿੰਦੇ ਸੋਸ਼ਲਿਜ਼ਮ ਕਾਹਦਾ ਹੋਊਗਾ। ਜਿੱਦਾਂ ਹੁਣ ਭਗਤ ਸਿੰਘ ਦੀ ਮੈਂ ਤੁਹਾਨੂੰ ਗੱਲ ਕਰਾਂ, ਭਗਤ ਸਿੰਘ ਦੇ ਵਿਚਾਰਾਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਜਦੋਂ ਭਾਰਤ ਆਜ਼ਾਦ ਹੋਇਆ ਹੈ, ਠੀਕ ਹੈ ਜੀ, ਭਾਰਤ ਆਜ਼ਾਦ ਹੋਣ ਤੋਂ ਬਾਅਦ ਤਾਂ ਭਗਤ ਸਿੰਘ ਨੇ ਇੱਕ ਸਟੇਟਮੈਂਟ ਦਿੱਤੀ ਸੀ ਵੀ ਭਾਰਤ ਆਪਾਂ ਆਜ਼ਾਦ ਨਹੀਂ ਹੋਏ, ਪਾਵਰ ਸ਼ਿਫਟ ਹੋਇਆ ਹੈ, ਠੀਕ ਹੈ ਨਾ। ਜਿਹੜੀ ਉਹ ਆਜ਼ਾਦੀ ਕਹਿੰਦਾ ਸੀਗਾ, ਇਕੁਐਲਿਟੀ ਦੀ ਗੱਲ ਕਰਦਾ ਸੀਗਾ, ਅਧਿਕਾਰਾਂ ਦੀ ਗੱਲ ਕਰਦਾ ਸੀਗਾ, ਵਿਅਕਤੀ ਦੇ ਅਧਿਕਾਰਾਂ ਦੀ ਉਹ ਗੱਲ ਕਰਦਾ ਸੀਗਾ, ਠੀਕ ਹੈ ਜੀ, ਇੱਕ ਸੱਭਿਅਕ ਭਾਰਤ ਦੀ ਉਹ ਗੱਲ ਕਰਦਾ ਸੀਗਾ ਸ਼ਹੀਦ ਭਗਤ ਸਿੰਘ। ਤਾਂ ਸੋਸ਼ਲਿਜ਼ਮ ਦੇ ਵਿੱਚ ਉਹ ਸਮਾਜਵਾਦ ਦੀ ਜਦੋਂ ਗੱਲ ਕਰਦਾ ਹੈ ਆਪਣਾ ਸ਼ਹੀਦ ਭਗਤ ਸਿੰਘ ਜਿਹੜੇ ਵਿਚਾਰ ਹੈ ਮੈਂ ਤੁਹਾਨੂੰ ਦੱਸ ਰਿਹਾ, ਤਾਂ ਉਹ ਕਹਿੰਦਾ ਵੀ ਇਹ ਪਾਵਰ ਸ਼ਿਫਟ ਹੋਈ ਹੈ, ਆਜ਼ਾਦੀ ਨਹੀਂ ਹੋਈ, ਵੀ ਜਿਹੜੀ ਪਾਵਰ ਹੈ ਗੋਰੇ ਲੋਕਾਂ ਦੇ ਹੱਥਾਂ ਚੋਂ ਕਾਲੇ ਲੋਕਾਂ ਦੇ ਹੱਥਾਂ ਵਿੱਚ ਆ ਗਈ, ਵੀ ਕੋਈ ਚੇਂਜ ਨਹੀਂ ਹੋਇਆ, ਠੀਕ ਹੈ ਜੀ। ਇਸ ਕਰਕੇ ਉਹ ਜਿਹੜਾ ਸਮਾਜ ਸੀਗਾ ਉਹ ਇਦਾਂ ਦੇ ਸਮਾਜ ਦੀ ਗੱਲ ਕਰਦੇ ਜਿਹਦੇ ਵਿੱਚ ਸੋਸ਼ਲ, ਇਕਨੋਮਿਕ, ਪੋਲੀਟੀਕਲ ਸਟੇਬਿਲਿਟੀ ਹੋਵੇ, ਵੈਲਫੇਅਰ ਸਟੇਟ ਹੋਵੇ, ਸਮਾਜਵਾਦ ਦੀ। ਇਸੇ ਤਰ੍ਹਾਂ ਜਿੱਦਾਂ ਮਾਰਕਸ ਕਹਿੰਦਾ ਹੈ ਵੀ ਜਿਹੜੀ ਮਾਰਕਸ ਇਹ ਮੰਨਦਾ ਹੈ ਵੀ ਜਦੋਂ ਜਿਹੜੀ ਪਾਵਰ ਹੈ ਉਹ ਗਰੀਬ ਲੋਕਾਂ ਦੇ ਹੱਥਾਂ ਵਿੱਚ ਆਊਗੀ ਉਦੋਂ ਜਿਹੜਾ ਹੈ ਉਹ ਸੋਸ਼ਲਿਜ਼ਮ ਕਾਮਯਾਬ ਹੋਊਗਾ, ਉਦੋਂ ਉਹ ਜਿਹੜਾ ਸਮਾਜਵਾਦ ਹੈ ਉਹ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਇੰਪਲੀਮੈਂਟ ਹੋਊਗਾ, ਠੀਕ ਹੈ ਜੀ। ਇਸ ਤਰ੍ਹਾਂ ਇਹਦੇ ਵਿੱਚ ਕਈ ਜਿਹੜਾ ਸ਼ੋਸ਼ਣ ਦਾ ਦੌਰ ਹੈ ਜਦੋਂ ਮੈਂ ਗੱਲ ਕਰਦਾ ਹਾਂ, ਪਹਿਲਾਂ ਆਪਾਂ ਹੈਵ ਐਂਡ ਹੈਵ ਨੋਟਸ ਦੀ ਕੀਤੀ ਸੀ, ਅਮੀਰਾਂ ਦੁਆਰਾ ਗਰੀਬਾਂ ਦਾ ਸ਼ੋਸ਼ਣ ਸ਼ੁਰੂ ਹੋਇਆ, ਠੀਕ ਹੈ। ਇਸ ਤੋਂ ਬਾਅਦ ਫਿਰ ਦਾਸ ਪ੍ਰਥਾ ਵਾਲੀਆਂ ਸ਼੍ਰੇਣੀਆਂ ਆ ਗਈਆਂ, ਦਾਸ ਸਲੇਵਸ ਆ ਗਏ, ਫਿਰ ਮਾਸਟਰਸ ਆ ਗਏ ਉਹਨਾਂ ਦੇ, ਫਿਰ ਜ਼ਗੀਰਦਾਰੀ ਹੋਂਦ ਦੇ ਵਿੱਚ ਆਈ, ਫਿਊਡਲ ਲੋਰਡਸ ਆ ਗਏ, ਫਿਰ ਟੈਂਟੇਡਸ ਮੁਜ਼ਾਰਿਆਂ ਦੇ ਵਿੱਚ ਲੋਕ ਆ ਗਏ, ਠੀਕ ਹੈ। ਅਗਲਾ ਪੂੰਜੀਵਾਦੀ ਸੀਗਾ। ਤਾਂ ਇਸ ਕਰਕੇ ਜਿਹੜਾ ਮਾਰਕਸਵਾਦੀਆਂ ਦਾ ਆਰਥਿਕ ਸਟਰਕਚਰ ਨੂੰ ਲੈ ਕੇ ਮਤ ਹੈ, ਠੀਕ ਹੈ ਜੀ। ਹੁਣ ਆਰਥਿਕ ਮਤ ਕਿਆ ਹੈ ਵੀ ਆਰਥਿਕ ਤੌਰ ਸ਼ਕਤੀਸ਼ਾਲੀ ਸ਼੍ਰੇਣੀ ਦੁਆਰਾ ਬਣਾਇਆ ਗਿਆ ਸੰਗਠਨ ਹੈ ਜੋ ਕਿ ਰਾਜ ਦੀ ਮਿਹਰਬਾਨੀ ਨਾਲ ਰਾਜਨੀਤਿਕ ਤੌਰ ਤੇ ਸ਼ਕਤੀਸ਼ਾਲੀ ਹੋ ਜਾਂਦਾ ਹੈ। ਰਾਜ ਦੇ ਮੂਲ ਪ੍ਰਕਿਰਤੀ ਨੈਰਾਨਿਕ ਤੱਤ ਜਿਹੜੇ ਆ ਉਹ ਇਹਦੇ ਨਾਲ ਸੰਬੰਧ ਰੱਖਦੇ ਆ, ਠੀਕ ਹੈ ਜੀ। ਮਾਰਕਸਵਾਦ ਦੇ ਬਾਰੇ ਵਿਦਿਆਰਥੀ ਬੜਾ ਕੁਝ ਹੈ ਬੋਲਣ ਨੂੰ, ਇਹਦੇ ਸਟੇਟ ਬਾਰੇ ਇਹ ਤੁਹਾਨੂੰ ਮੈਂ ਤਾਂ ਥੋੜਾ ਜਿਹਾ ਨਾਲ ਸਮਝਾਤਾ ਕਿਉਂਕਿ ਸਾਡੇ ਜਿਹੜਾ ਸਿਲੇਬਸ ਦਾ ਹਿੱਸਾ ਨਹੀਂ ਹੈ। ਪਰ ਜਦੋਂ ਆਪਾਂ ਰਾਜ ਦੇ ਉਦਾਰਵਾਦੀ ਤੇ ਮਾਰਕਸਵਾਦੀ ਕਾਰਜਾਂ ਦੀ ਗੱਲ ਕਰਨੀ ਹੈ, ਜਦੋਂ ਰਾਜ ਨੂੰ ਪੜ੍ਹਨਾ ਹੈ ਤਾਂ ਉਹਦੇ ਵਿੱਚ ਸਾਨੂੰ ਦੋਨਾਂ ਚੀਜ਼ਾਂ ਨੂੰ ਦੇਖਣਾ ਪਊਗਾ। ਤੁਹਾਡੀ ਵਾਧੂ ਐਡੀਸ਼ਨ ਹੈ ਤੁਹਾਡੇ ਕੋਲ, ਇਹ ਸਾਡੇ ਜਿਹੜਾ ਸਿਲੇਬਸ ਦਾ ਹਿੱਸਾ ਨਹੀਂ ਹੈ, ਪਰ ਫਿਰ ਵੀ ਆਪਾਂ ਇਹਦੇ ਬਾਰੇ ਡਿਸਕਸ ਕੀਤਾ। ਤੋਂ ਅਗਲੇ ਲੈਕਚਰ ਵਿੱਚ ਆਪਾਂ ਫਿਰ ਮਿਲਾਂਗੇ ਜੀ। ਧੰਨਵਾਦ।